ਸਤਿ ਸ਼੍ਰੀ ਅਕਾਲ ਜੀ। ਮੈਂ ਹਾਂ ਤੁਹਾਡੇ ਨਾਲ ਦਿਵਿਆ ਅਨੇਜਾ ਤੇ ਲੈ ਕੇ ਅੱਜ ਜਰਾ ਕੁਝ ਖਾਸ ਗੱਲਾਂ ਇਸ ਸ਼ੋਅ ਦੇ ਰਾਹੀਂ ਤੁਹਾਡੇ ਤੱਕ ਅੱਜ ਆਪਾਂ ਪਹੁੰਚਾਉਣ ਵਾਲੇ ਹਾਂ। ਜਿਹੜੇ ਲੋਕ, ਜਿਹੜੇ ਬੱਚੇ ਜਾਂ ਫਿਰ ਜੇ ਕੋਈ ਇਦਾਂ ਦਾ ਵੀ ਹੈਗਾ ਜਿਹੜਾ ਬਾਹਰ ਜਾਣਾ ਚਾਹੁੰਦਾ ਹੈਗਾ ਲੇਕਿਨ ਸੁਪਨਾ ਪੂਰਾ ਨਹੀਂ ਕਰ ਪਾ ਰਿਹਾ, ਗਾਈਡੈਂਸ ਨਹੀਂ ਹੈਗੀ, ਨੌਲੇਜ ਨਹੀਂ ਹੈਗੀ, ਸੋ ਇਹ ਸ਼ੋਅ ਖਾਸ ਤੁਹਾਡੇ ਲਈ ਹੈਗਾ। ਸਾਡੇ ਨੰਬਰ ਪੂਰੇ ਸ਼ੋਅ ਦੇ ਦੌਰਾਨ ਤੁਹਾਡੇ ਟੀਵੀ ਸਕਰੀਨਸ ਤੇ ਫਲੈਸ਼ ਹੁੰਦੇ ਰਹਿਣਗੇ। ਇਹਨਾਂ ਨੰਬਰਸ ਨੂੰ ਜ਼ਰੂਰ ਨੋਟ ਕਰ ਲਿਓ। ਤੁਹਾਡੇ ਤੱਕ तमाम ਤਰੀਕੇ ਦੀ ਜਾਣਕਾਰੀ ਪਹੁੰਚਾਉਣ ਦੇ ਲਈ ਅੱਜ ਸਾਡੇ ਨਾਲ ਮੌਜੂਦ ਨੇ ਆਈ ਅਬਰੋਡ ਐਜੂਕੇਸ਼ਨ ਤੋਂ ਖਾਸ ਮਹਿਮਾਨ। ਆਓ ਉਹਨਾਂ ਦਾ ਸਵਾਗਤ ਕਰੀਏ। ਬਹੁਤ ਬਹੁਤ ਸਵਾਗਤ ਹੈ ਮੈਮ ਤੁਹਾਡਾ। ਸਤਿ ਸ਼੍ਰੀ ਅਕਾਲ ਜੀ ਮੈਮ, ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਤੋਂ ਇਹ ਪੁੱਛਣਾ ਚਾਹੁੰਦੀ ਹਾਂ ਕਿ ਬੱਚਿਆਂ ਦੇ ਵਿੱਚ ਬਹੁਤ ਜ਼ਿਆਦਾ ਕਨਫਿਊਜ਼ਨਸ ਹੈਗੀਆਂ ਨੇ, ਬਹੁਤ ਜ਼ਿਆਦਾ ਕਰਿਓਸਿਟੀ ਹੈ ਬਾਹਰ ਜਾਣ ਨੂੰ ਲੈ ਕੇ। ਖਾਸ ਤੌਰ 'ਤੇ ਮੈਂ ਯੂਕੇ ਤੋਂ ਸਟਾਰਟ ਕਰਦੀ ਹੈਗੀਆਂ। ਕੁਝ ਏਜੰਟਸ ਇੱਦਾਂ ਦੇ ਨੇ ਜਿਹੜੇ ਪੈਕੇਜਸ ਆਫਰ ਕਰ ਰਹੇ ਨੇ, ਹੋਰ ਉਹ ਪੈਕੇਜਸ ਬੜੇ ਲੁਭਾਵਨੇ ਹੈਗੇ ਨੇ। 3 ਲੱਖ ਦਿਓ ਤੁਸੀਂ ਜਾਓ, 4 ਲੱਖ ਦਿਓ ਤੁਸੀਂ ਜਾਓ। ਸੋ ਤੁਸੀਂ ਕੀ ਗਾਈਡ ਕਰਨਾ ਚਾਹੁੰਦੇ ਹੋ ਸਟੂਡੈਂਟਸ ਨੂੰ ਕਿ ਕਿਆ ਉਹਨਾਂ ਨੂੰ ਪੈਕੇਜ ਵੱਲ ਜਾਣਾ ਚਾਹੀਦਾ ਹੈਗਾ? ਬੈਨੀਫਿਟ ਹੈ, ਲਾਸ ਹੈ, ਕੀ ਹੈ ਤੁਹਾਡੇ ਹਿਸਾਬ ਨਾਲ? ਦੇਖੋ, ਸਭ ਤੋਂ ਪਹਿਲਾਂ ਮੈਂ ਇੱਕੋ ਚੀਜ਼ ਕਹਾਂਗੀ, ਸਟੂਡੈਂਟਸ ਜਿਹੜੇ ਪੈਕੇਜ ਦੇ ਵਿੱਚ ਅਟਰੈਕਟ ਹੋ ਜਾਂਦੇ ਆ ਪੈਕੇਜਸ ਸੁਣ ਕੇ। ਜਿੱਦਾਂ ਤੁਸੀਂ ਕਿਹਾ ਕਿ ਇਹ ਸਭ ਬਹੁਤ ਜ਼ਿਆਦਾ ਅਟਰੈਕਟਿਵ ਪੈਕੇਜਸ ਆਫਰ ਕੀਤੇ ਜਾਂਦੇ ਆ ਸਟੂਡੈਂਟਸ ਨੂੰ। ਰਾਈਟ। ਉਹਨਾਂ ਸਟੂਡੈਂਟਸ ਨੂੰ ਮੈਂ ਇੱਕੋ ਚੀਜ਼ ਕਹਿਣਾ ਚਾਹਾਂਗੀ, ਜਿਹੜਾ ਵੀ ਸ਼ਾਰਟਕਟ ਵੇ ਹੁੰਦਾ ਨਾ, ਉਹਦਾ ਹਮੇਸ਼ਾ ਕੋਈ ਨਾ ਕੋਈ ਲੂਪ ਹੋਲ ਹੁੰਦਾ ਹੀ ਹੁੰਦਾ, ਔਰ ਉਹਦੇ ਜਿਹੜੇ ਨੈਗੇਟਿਵ ਇਫੈਕਟਸ ਆ ਉਹ ਬਹੁਤ ਜ਼ਿਆਦਾ ਖਤਰਨਾਕ ਹੁੰਦੇ ਆ। ਰੀਜ਼ਨ ਕੀ ਹੈ? ਤੁਸੀਂ ਪੈਕੇਜ ਦੇ ਵਿੱਚ ਡੀਲ ਕਰ ਰਹੇ ਹੋ, ਪੈਕੇਜ ਵਾਲਾ ਤੁਸੀਂ ਪ੍ਰੋਡਕਟ ਲੈ ਲਿਆ, ਪੈਕੇਜ ਦੇ ਵਿੱਚ ਤੁਸੀਂ ਅਪਲਾਈ ਕਰਤਾ, ਤੁਹਾਨੂੰ ਨਹੀਂ ਪਤਾ ਉਹਨਾਂ ਨੇ ਕਿਹੜੀ ਕਾਲਜ ਯੂਨੀਵਰਸਿਟੀ ਅਪਲਾਈ ਕੀਤਾ ਹੈ। ਦੂਜੀ ਚੀਜ਼, ਤੁਹਾਨੂੰ ਨਹੀਂ ਪਤਾ ਕੋਰਸ ਕਿਹੜਾ ਹੈ, ਤੁਹਾਨੂੰ ਨਹੀਂ ਪਤਾ ਤੁਹਾਡੇ ਗੈਪ ਦੇ ਵਿੱਚ ਕੀ ਡਾਕੂਮੈਂਟੇਸ਼ਨ ਸ਼ੋ ਕੀਤੀ ਹੈ, ਤੁਹਾਨੂੰ ਨਹੀਂ ਪਤਾ ਤੁਹਾਡੀ ਫੰਡਿੰਗ ਸੋਰਸ ਕੀ ਹੈ। ਕੁਝ ਸਟੂਡੈਂਟਸ ਨੂੰ ਤਾਂ ਬੈਨ ਵੀ ਲੱਗ ਜਾਂਦਾ ਜਿਹੜਾ ਸਟੂਡੈਂਟਸ ਨੂੰ ਦੱਸਿਆ ਹੀ ਨਹੀਂ ਜਾਂਦਾ। ਰਾਈਟ। ਠੀਕ ਹੈ ਨਾ। ਇੱਕ ਵਾਰ ਜਿਹੜਾ ਬੱਚਾ ਪੈਕੇਜ ਦੇ ਵਿੱਚ ਰਿਫਿਊਜ਼ ਹੋ ਗਿਆ, ਉਹਦਾ ਕੋਈ ਵੀ ਫਿਊਚਰ ਹੀ ਨਹੀਂ ਹੈ, ਕਿਉਂਕਿ ਉਹਦੇ ਕੋਲ ਕੋਈ ਡਾਕੂਮੈਂਟੇਸ਼ਨ ਹੈ ਹੀ ਨਹੀਂ ਕਿ ਉਹਦੀ ਫਾਈਲ ਦੇ ਵਿੱਚ ਕੀ ਚੀਜ਼ ਲੱਗੀ ਸੀਗੀ, ਉਹਦੇ ਫਾਈਲ ਦੇ ਵਿੱਚ ਪ੍ਰੈਜੈਂਟੇਸ਼ਨ ਕੀ ਸੀਗੀ। ਉਹ ਦੁਬਾਰਾ ਕਿੱਦਾਂ ਅਪਲਾਈ ਕਰੇਗਾ? ਮੰਨ ਲਓ ਬੱਚਾ ਬੈਂਡ ਸਕੋਰ ਵੀ ਇੰਪਰੂਵ ਕਰ ਲੈਂਦਾ ਹੈ, ਜਾਂ ਉਹਦੇ ਅਕੈਡਮਿਕਸ ਵੀਕ ਸੀਗੇ, ਉਹਨੇ ਬੈਚਲਰ ਕਰ ਲਈ, ਉਹ 3 ਸਾਲ ਬਾਅਦ ਫਿਰ ਅਪਲਾਈ ਕਰਨ ਲੱਗਾ, ਬਟ ਉਹਨੂੰ ਤਾਂ ਪਤਾ ਬਾਅਦ ਚੋਂ ਪਤਾ ਚੱਲਦਾ ਵੀ ਉਹ ਤਾਂ 5 ਸਾਲ ਲਈ ਬੈਨ ਹੋ ਗਿਆ। ਰਾਈਟ, ਐਬਸੋਲੂਟਲੀ। ਹੁਣ ਉਹ ਸਟੂਡੈਂਟ ਦਾ ਕੀ ਸਿਨੈਰੀਓ ਹੈ ਉਹਨੂੰ ਨਹੀਂ ਕੁਝ ਪਤਾ। ਸਮ ਟਾਈਮ ਕੀ ਹੋ ਜਾਂਦਾ ਹੈ, ਮੰਨ ਲਓ ਕਿ ਬੱਚਾ ਰਿਫਿਊਜ਼ ਹੀ ਸਿੰਪਲ ਹੋਇਆ ਸੀ, ਲੇਕਿਨ ਉਹਨੇ ਦੁਬਾਰਾ ਬੈਚਲਰ ਕਰਨ ਤੋਂ ਬਾਅਦ ਕੋਈ ਡਾਕੂਮੈਂਟੇਸ਼ਨ ਵੀਜ਼ਾ ਅਪਲਾਈ ਕੀਤਾ। ਹੁਣ ਉਹਦਾ ਜਦੋਂ +2 ਤੋਂ ਬਾਅਦ ਅਪਲਾਈ ਕੀਤਾ ਸੀ, ਜੇ ਮੰਨ ਲਓ ਗੈਪ ਸੀਗਾ, ਗੈਪ ਦੇ ਵਿੱਚ ਉਹਦੇ ਏਜੰਟ ਨੇ ਕੀ ਦਿਖਾਇਆ ਉਹਨੂੰ ਨਹੀਂ ਪਤਾ। ਹੁਣ ਉਹਨੇ ਦੁਬਾਰਾ ਫਾਈਲ ਲਾਈ, ਉਹਦੇ ਵਿੱਚ ਕੀ ਡਾਕੂਮੈਂਟੇਸ਼ਨ ਦਿਖਾਤਾ, ਮਿਸਮੈਚ ਆਫ ਇਨਫੋਰਮੇਸ਼ਨ ਹੋ ਗਈ। ਇਸ ਵਾਰ ਪ੍ਰੋਫਾਈਲ ਵੀ ਸਹੀ ਸੀ, ਸਭ ਕੁਝ ਸੀਗਾ, ਫਿਰ ਵੀ ਬੱਚਾ ਰਿਫਿਊਜ਼ ਹੋ ਗਿਆ। ਜੀ ਜੀ ਬਿਲਕੁਲ। ਸੋ ਐਦਾਂ ਦੇ ਨੈਗੇਟਿਵ ਹੈ। ਹੁਣ ਜਿਹੜਾ ਬੱਚਾ ਪੈਕੇਜ 'ਚ ਨਿਕਲ ਜਾਂਦਾ, ਲੈਟਸ ਸੇ ਜਿਹਦਾ ਵੀਜ਼ਾ ਆ ਗਿਆ, ਉਹਦੇ ਲਈ ਵੀ ਨੈਗੇਟਿਵ ਪੁਆਇੰਟਸ ਨੇ। ਪ੍ਰੋਬਲਮ ਕੀ ਹੈ? 에ਅਰਪੋਰਟ ਤੇ ਉਹਨੂੰ ਡਾਕੂਮੈਂਟੇਸ਼ਨ ਚਾਹੀਦੀ ਹੈ। ਠੀਕ ਹੈ, ਜਦੋਂ ਉਹਨੇ ਇਮੀਗ੍ਰੇਸ਼ਨ ਕਲੀਅਰ ਕਰਨੀ, ਉਹਨੂੰ ਸਾਰੀ ਇਨਫੋਰਮੇਸ਼ਨ ਚਾਹੀਦੀ ਹੈ, ਪੈਕੇਜ ਵਾਲੇ ਏਜੰਟ ਨਹੀਂ ਦਿੰਦੇ। ਠੀਕ ਹੈ, ਉਹ ਸਟੂਡੈਂਟ ਜਦੋਂ ਉੱਥੇ ਪਹੁੰਚ ਜਾਂਦਾ ਹੈ, ਉਹਨੂੰ ਪਤਾ ਚੱਲਦਾ ਹੈ ਉਹ ਤੋਂ ਪੈਕੇਜ ਤਾਂ 12 ਲੱਖ ਲਿੱਤਾ ਗਿਆ, ਪਰ ਫੀਸ ਤਾਂ ਉਹਦੀ 6 ਮਹੀਨੇ ਦੀ ਭੇਜੀ ਗਈ ਹੈ। ਫੀਸ ਕਿੰਨੀ ਸੀਗੀ? 3.5 4 ਲੱਖ ਭੇਜੀ ਹੈ, ਪੈਕੇਜ 12 ਲੱਖ ਦਾ ਦਿੱਤਾ। 8 ਲੱਖ ਕਾਹਦਾ ਦਿੱਤਾ ਬੱਚੇ ਨੇ? ਸਿਰਫ ਵੀਜ਼ਾ ਤੋਂ ਬਾਅਦ ਦਾ ਪੈਸਾ। ਅੱਛਾ ਮੈਮ, ਮੈਂ ਇਹ ਸੁਣਿਆ ਹੈਗਾ ਆਈ ਅਬਰੋਡ ਐਜੂਕੇਸ਼ਨ ਦੇ ਵਿੱਚ ਤੁਸੀਂ ਬੱਚਿਆਂ ਦੇ ਨਾਲ ਬੜੀ ਟਰਾਂਸਪੇਰੈਂਸੀ ਨਾਲ ਗੱਲ ਕਰਦੇ ਹੋ ਕਿ ਕਿਹੜੀ ਫੀਸ ਕਿੱਥੇ ਜਾ ਰਹੀ ਹੈ, ਉਹਨਾਂ ਨੂੰ ਕੱਲੀ ਚੀਜ਼ ਤੁਸੀਂ ਦੱਸ ਕੇ ਚੱਲਦੇ ਹੈਗੇ ਹੋ। ਇਹਦੇ 'ਚ ਤੁਹਾਨੂੰ ਲਾਸ ਨਹੀਂ ਹੁੰਦਾ? ਦੇਖੋ, ਲਾਸ ਨਹੀਂ ਹੁੰਦਾ। ਕੁਝ ਚੀਜ਼ਾਂ ਇਦਾਂ ਦੀਆਂ ਹੈਗੀਆਂ ਜਿਹੜਾ ਆਈ ਅਬਰੋਡ ਸੇਫਟੀ ਵਾਸਤੇ ਕਰਦਾ ਹੈ, ਬਟ ਉਹਨਾਂ ਨੂੰ ਵੀ ਚੀਜ਼ਾਂ ਨੂੰ ਮੈਨੂਪੂਲੇਟ ਕਰਕੇ ਏਜੰਟਸ ਜਿਹੜੇ ਹੈਗੇ ਅੱਗੇ ਹੋਰ ਸਟੂਡੈਂਟਸ ਨੂੰ ਦੱਸਦੇ ਹੈਗੇ ਆ, ਉਹ ਚੀਜ਼ਾਂ ਮੈਨੂੰ ਲੱਗਦਾ ਕਿ ਗਲਤ ਹੈਗੀਆਂ। ਦੇਖੋ, ਪ੍ਰਾਈਵੇਟ ਕਾਲਜ ਹੈ, ਜਦੋਂ ਅਸੀਂ ਕਿਸੇ ਪ੍ਰਾਈਵੇਟ ਕਾਲਜ, ਪ੍ਰਾਈਵੇਟ ਯੂਨੀਵਰਸਿਟੀ ਨਾਲ ਡੀਲ ਕਰ ਰਹੇ ਹਾਂ ਤਾਂ ਸਾਨੂੰ ਕੁਝ ਪ੍ਰੀਕਾਸ਼ਨਸ ਲੈ ਕੇ ਚੱਲਣੀਆਂ ਪੈਂਦੀਆਂ, ਜਿਹੜੀਆਂ ਚੀਜ਼ਾਂ ਸਾਨੂੰ ਸਟੂਡੈਂਟਸ ਨੂੰ ਅਸੀਂ ਦੱਸਦੇ ਹਾਂ। ਬਟ ਕੁਝ ਚੀਜ਼ਾਂ ਇਦਾਂ ਦੀਆਂ ਹੁੰਦੀਆਂ ਜਿਹੜੇ ਸਟੂਡੈਂਟਸ ਦੇ ਬੈਨੀਫਿਟ ਵਾਸਤੇ ਕਰਨੀ ਪੈਂਦੀ ਹੈ, ਔਰ ਉਹ ਸਟੂਡੈਂਟ ਨੂੰ ਦੱਸਣਾ ਵੀ ਪੈਂਦਾ। ਬਹੁਤ ਸਾਰੇ ਸਟੂਡੈਂਟਸ, ਬਹੁਤ ਸਾਰੇ ਏਜੰਟਸ ਜਿਹੜੇ ਆ ਉਹ ਕਨਫਿਊਜ਼ ਰਹਿੰਦੇ ਆ ਚੀਜ਼ਾਂ ਨੂੰ ਲੈ ਕੇ, ਚੀਜ਼ਾਂ ਨਹੀਂ ਕਲੀਅਰ ਹੁੰਦੀਆਂ। ਕਈ ਹੁਣੇ ਪਿੱਛੇ ਮੈਂ ਇੱਕ ਏਜੰਟ ਨੂੰ ਮਿਲੀ ਸੀਗੀ, ਉਹਨਾਂ ਨੇ ਮੈਨੂੰ ਕੁਐਸਚਨ ਕੀਤਾ, ਕਹਿੰਦੇ ਕੈਨੇਡਾ ਵਾਸਤੇ ਤਾਂ ਫੀਸ ਜਾਂਦੀ ਹੀ ਨਹੀਂ। ਅੱਛਾ। ਮੈਂ ਕਿਹਾ ਫਿਰ ਤੁਸੀਂ ਵੀਜ਼ਾ ਕਿੱਦਾਂ ਲੈਂਦੇ ਹੋ ਬਿਨਾਂ ਫੀਸ ਤੋਂ? ਰਾਈਟ। ਪ੍ਰੋਬਲਮ ਇਹ ਹੈ, ਲੈਕ ਆਫ ਨੌਲੇਜ ਹੈ ਲੋਕਾਂ ਨੂੰ। ਠੀਕ ਹੈ, ਬਹੁਤ ਸਾਰੇ ਉਹ ਕਹਿੰਦੇ ਬਸ LOA ਦੇ ਨਾਲ ਗੱਲਾਂ ਅਪਲਾਈ ਹੋ ਜਾਂਦਾ। ਕੈਨੇਡਾ ਦੇ ਵਿੱਚ ਏਦਾਂ ਨਹੀਂ ਹੁੰਦਾ। 1 ਸਾਲ ਦੀ ਫੀਸ, GIC, ਠੀਕ ਹੈ, ਫੰਡਿੰਗ, ਜੇ ਤੁਸੀਂ ਅੰਡਰ ਨੌਨ SDS ਕੈਟਾਗਰੀ ਹੋ ਤੁਹਾਨੂੰ ਫੰਡਿੰਗ ਵੀ ਸ਼ੋ ਕਰਨੀ ਪਏਗੀ। ਇਹ ਸਾਰੀ ਚੀਜ਼ਾਂ, ਸਭ ਤੋਂ ਮੇਨ ਚੀਜ਼ ਕੋਰਸ ਰੈਲੇਵੈਂਟ ਜਿਹੜਾ ਹੋਣਾ ਚਾਹੀਦਾ, ਉਹ ਸਟੂਡੈਂਟਸ ਨਹੀਂ ਧਿਆਨ ਦਿੰਦੇ। ਹੁਣ ਜਿਹੜੇ ਬੱਚੇ ਦਾ ਪੈਕੇਜ ਦੇ ਵਿੱਚ ਵੀਜ਼ਾ ਲੱਗ ਗਿਆ, ਉਹ ਉੱਥੇ ਪਹੁੰਚ ਗਿਆ,
ਪਹੁੰਚਣ ਤੋਂ ਬਾਅਦ ਜਦੋਂ ਉਹਨੇ ਵਰਕ ਪਰਮਿਟ ਪੋਸਟ ਸਟੱਡੀ ਵਰਕ ਪਰਮਿਟ ਅਪਲਾਈ ਕਰਨਾ ਹੈ ਜਾਂ ਕੱਲ ਨੂੰ ਉਹਨੇ ਪੀਆਰ ਅਪਲਾਈ ਕਰਨੀ ਹੈ, ਉਹਨੂੰ ਦੁਬਾਰਾ ਤੋਂ ਸੇਮ ਡਾਕੂਮੈਂਟੇਸ਼ਨ ਚਾਹੀਦੇ ਹੋਣਗੇ। ਹੁਣ ਜੇ ਉਹਦੇ ਕੋਲ ਡਾਕੂਮੈਂਟ ਹੀ ਨਹੀਂ ਹੈ ਜਾਂ ਉਹਦੇ ਏਜੰਟ ਨੇ ਦੱਸੇ ਨਹੀਂ, ਦੁਬਾਰਾ ਸੋਲਿਸਿਟਰ ਤੇ ਪੈਸਾ ਖਰਚੇਗਾ, ਸੋਲਿਸਿਟਰ ਹਾਇਰ ਕਰੇਗਾ, ਬਿਨਾ ਮਤਲਬ ਤੋਂ ਹੋਰ ਪੈਸੇ ਖਰਚਣੇ ਪੈਣਗੇ। ਕਿਹਦਾ ਪੈਸਾ ਕਿਹਦਾ ਵੇਸਟ ਹੋ ਰਿਹਾ? ਜਿੰਨਾ ਬੱਚਿਆਂ ਨੇ ਕਮਾਇਆ ਸੀਗਾ ਉਹਨੇ ਫਿਰ ਪੀਆਰ ਵਰਕ ਪਰਮਿਟ ਤੇ ਲਾਤਾ, ਫਿਰ ਉਹਨੇ ਪੀਆਰ ਦੇ ਟਾਈਮ ਤੇ ਲਾਤਾ। ਤਾਂ ਇਹਨਾਂ ਸਟੂਡੈਂਟਸ ਨੂੰ ਜਿਹੜੀ ਪ੍ਰੋਬਲਮਸ ਹੈ ਉਹ ਬਹੁਤ ਜ਼ਿਆਦਾ ਸਟੈਪ ਟੂ ਸਟੈਪ ਫੇਸ ਕਰਨੀ ਪੈਂਦੀ ਹੈ, ਜਿਹੜਾ ਕਿ ਮੇਰੇ ਅਕੋਰਡਿੰਗਲੀ ਰੋਂਗ ਹੈ। ਬਿਲਕੁਲ। ਤੇ ਤੁਸੀਂ ਵੀ ਇਹਨਾਂ ਦੇ ਨੰਬਰ ਨੋਟ ਕਰ ਲਓ, ਸਾਡੀ ਟੀਵੀ ਸਕਰੀਨਸ ਦੇ ਉੱਤੇ ਤੁਹਾਡੇ ਇਹਨਾਂ ਦੇ ਨੰਬਰ ਜਿਹੜੇ ਹੈਗੇ ਲਗਾਤਾਰ ਫਲੈਸ਼ ਹੁੰਦੇ ਪਏ ਨੇ। ਤੁਸੀਂ ਜੇ ਇਹਨਾਂ ਨਾਲ ਪਰਸਨਲੀ ਮਿਲ ਕੇ ਗੱਲਬਾਤ ਕਰਨਾ ਚਾਹੁੰਦੇ ਹੋ, ਅਪਾਇੰਟਮੈਂਟ ਲੈਣਾ ਚਾਹੁੰਦੇ ਹੋ, ਤੁਸੀਂ ਉਹ ਵੀ ਕਰ ਸਕਦੇ ਹੈਗੇ ਹੋ। ਬਟ ਮੋਸਟ ਇੰਪੋਰਟੈਂਟ ਚੀਜ਼, ਤੁਸੀਂ ਜਿੰਨੇ ਵੀ ਸਵਾਲ ਤੁਹਾਡੇ ਜ਼ਿਹਨ ਦੇ ਵਿੱਚ ਹੈਗੇ ਨੇ ਉਹ ਲਿਖ ਕੇ ਰੱਖਿਆ ਕਰੋ। ਹੋਰ ਜਦ ਇਹਨਾਂ ਨੂੰ ਵਿਜ਼ਿਟ ਕਰੋ ਆਪਣੇ ਪੇਰੈਂਟਸ ਨੂੰ ਨਾਲ ਲੈ ਕੇ ਕਰਿਆ ਕਰੋ, ਕਿਉਂਕਿ ਤੁਹਾਡੇ ਨਾਲ ਕੋਈ ਵੱਡਾ ਬੰਦਾ ਹੋਣਾ ਚਾਹੀਦਾ ਹੈਗਾ ਜਿਹੜਾ ਕਿ ਇਹਨਾਂ ਦੀ ਗੱਲ ਤੱਕ ਪਹੁੰਚ ਸਕੇ, ਸਮਝ ਸਕੇ। ਮੈਮ ਸਭ ਤੋਂ ਪਹਿਲੇ ਮੈਂ ਯੂਕੇ ਦੀ ਗੱਲ ਕਰਨਾ ਚਾਹੁੰਦੀ ਹਾਂ, ਕਿਉਂਕਿ ਯੂਕੇ ਵਾਲਾ ਅੱਜ ਕੱਲ੍ਹ ਸਟੂਡੈਂਟਸ ਦਾ ਜੇ ਕੈਨੇਡਾ ਤੋਂ ਬਾਅਦ ਮੈਂ ਦੇਖਾਂ ਤਾਂ ਰੁਝਾਨ ਜ਼ਿਆਦਾ ਹੈਗਾ। ਕੀ ਰਿਕੁਆਇਰਮੈਂਟਸ ਹੈਗੀਆਂ ਨੇ ਯੂਕੇ ਦੀਆਂ? ਦੇਖੋ ਯੂਕੇ ਦੀ ਜਿਹੜੀ ਰਿਕੁਆਇਰਮੈਂਟਸ ਹੈ, +2 ਜਿਹੜਾ ਬੱਚਾ +2 ਪਾਸ ਆਊਟ ਹੈ, ਓਵਰਆਲ 6 ਨਾਟ ਲੈਸ ਦੈਨ 5.5 ਦੇ ਨਾਲ ਅਪਲਾਈ ਕਰ ਸਕਦਾ ਹੈ ਬੱਚਾ। ਠੀਕ ਹੈ। ਹੁਣ ਜੇਕਰ ਬੱਚਾ ਵਿਦਆਊਟ ਆਇਲਸ ਹੈ ਤਾਂ ਉਹਨੂੰ ਇੰਗਲਿਸ਼ ਦੇ ਵਿੱਚ 60% ਮਾਰਕਸ ਹੋਣੇ +2 ਦੇ ਵਿੱਚ ਜਿਹੜੇ ਹੈ ਉਹ ਮੈਂਡੇਟਰੀ ਹੈ। ਓਕੇ। ਇਸ ਤੋਂ ਇਲਾਵਾ ਬੈਚਲਰ ਦੀ ਗੱਲ ਕਰੀਏ ਤਾਂ 6.5 ਨਾਟ ਲੈਸ ਦੈਨ 5.5 ਵੀ ਬੱਚਾ ਚੱਲ ਜਾਏਗਾ। ਬੈਚਲਰ ਤੋਂ ਬਾਅਦ ਜਿਹੜਾ ਬੱਚਾ ਹੈ ਉਹ ਜੋ ਵੀ ਅਪਲਾਈ ਕਰਦਾ ਐਪਲੀਕੈਂਟ, ਉਹਦੇ ਨਾਲ ਸਪਾਊਸ ਵੀ ਨਾਲ ਜਾ ਸਕਦਾ ਹੈਗਾ। ਫਸਟ ਡੇ ਤੋਂ ਸਪਾਊਸ ਦਾ ਨਾਲ ਹੀ ਵੀਜ਼ਾ ਲੱਗੇਗਾ। ਸਿਰਫ ਔਰ ਸਿਰਫ ਸਟੂਡੈਂਟਸ ਨੇ ਇੱਕੋ ਚੀਜ਼ ਦਾ ਧਿਆਨ ਰੱਖਣਾ ਹੈ, ਜੇ ਬੈਚਲਰ ਵੀ ਕੀਤੀ ਹੋਈ ਹੈ ਐਂਡ ਉਹ ਵਿਦਆਊਟ ਆਇਲਸ ਅਪਲਾਈ ਕਰਨਾ ਚਾਹੁੰਦਾ ਹੈ, ਸੇਮ ਉਹਦੇ +2 ਦੇ ਇੰਗਲਿਸ਼ ਦੇ ਮਾਰਕਸ ਐਂਡ ਬੈਚਲਰ ਦੀ ਪਰਸੈਂਟੇਜ। ਠੀਕ ਹੈ। ਇਹ ਚੀਜ਼ਾਂ ਦਾ ਉਹਨੂੰ ਧਿਆਨ ਰੱਖਣਾ ਪਏਗਾ। ਤੇ ਜੇ ਆਪਾਂ ਸਿੰਗਲ ਜਾਈਏ ਤਾਂ ਸਾਨੂੰ ਫੰਡਸ ਕਿੰਨੇ ਸ਼ੋ ਕਰਨੇ ਪੈਣਗੇ, ਤੇ ਜੇ ਆਪਾਂ ਸਪਾਊਸ ਦੇ ਨਾਲ ਜਾਈਏ ਤਾਂ ਕਿੰਨੇ ਫੰਡਸ ਚਾਹੀਦੇ ਨੇ? ਦੇਖੋ ਸਿੰਗਲ ਜੇ ਬੱਚਾ ਜਾਂਦਾ ਹੈ ਤਾਂ ਵੀ ਸਟੂਡੈਂਟ ਨੂੰ 28 ਡੇਜ਼ 올ਡ ਫੰਡ ਚਾਹੀਦੇ ਆ, 18 ਤੋਂ 20 ਲੱਖ ਦੇ ਅਪਰੋਕਸੀਮੇਟਲੀ। ਐਂਡ ਜੇ ਬੱਚਾ ਸਪਾਊਸ ਦੇ ਨਾਲ ਜਾਂਦਾ ਤਾਂ ਉਹਨੂੰ 25 ਤੋਂ 28 ਲੱਖ ਫੰਡਸ ਜਿਹੜੇ ਹੈਗੇ ਆ ਉਹ ਸ਼ੋ ਕਰਨੇ ਪੈਣਗੇ 28 ਡੇਜ਼ 올ਡ। ਹੁਣ ਇਹਦੇ ਵਿੱਚ ਮੈਂ ਇੱਕ ਚੀਜ਼ ਹੋਰ ਦੱਸਦਾ, ਬਹੁਤ ਸਾਰੇ ਸਟੂਡੈਂਟਸ ਜਿਹੜੇ ਹੈਗੇ ਆ ਜਦੋਂ ਅਪਲਾਈ ਕਰਦੇ ਆ ਯੂਕੇ ਦਾ ਬਹੁਤ ਜ਼ਿਆਦਾ ਕਨਫਿਊਜ਼ ਨੇ, ਉਹ ਫੰਡਸ ਦੇ ਵਿੱਚ ਵੀ ਪੈਕੇਜ ਕਰ ਰਹੇ ਆ। ਉਹਦੇ ਵਿੱਚ ਕੀ ਹੈ ਕਿ ਇੱਕ ਚੀਜ਼ ਮੈਂ ਸਟੂਡੈਂਟਸ ਨੂੰ ਦੱਸਦਾ, ਕਿਤੇ ਨਾ ਕਿਤੇ ਸਟੂਡੈਂਟਸ ਨੇ ਜਿਹੜੀ ਇਸ ਟਾਈਮ ਬੈਂਕ ਸਟੇਟਮੈਂਟਸ ਲਾਈਆਂ ਹੋਣਗੀਆਂ, ਜਿਹੜੀ ਫੰਡਿੰਗ ਇਸ ਵੇਲੇ ਦਿਖਾਈ ਹੋਏਗੀ, ਉਹ ਉਹਨਾਂ ਨੂੰ ਫੰਡਿੰਗ ਦੀ ਸਟੇਟਮੈਂਟ ਸਟੈਪ ਬਾय ਸਟੈਪ ਦੁਬਾਰਾ ਚਾਹੀਦੀ ਹੋਏਗੀ, ਜੇ ਉਹਨਾਂ ਦੇ ਆਪ ਦੇ ਖਾਤੇ ਦੀ ਨਹੀਂ ਹੈ, ਏਜੰਟ ਨੇ ਕਰਾ ਕੇ ਦਿੱਤੇ, ਕੱਲ ਨੂੰ ਕਿੱਥੋਂ ਲੈਣਗੇ? ਕਿੰਨੀਆਂ ਕੁ ਕਾਪੀਆਂ ਰੱਖਣਗੇ? ਇਹ ਚੀਜ਼ਾਂ ਦਾ ਲਾਸ ਸਟੂਡੈਂਟਸ ਨੂੰ ਬਾਅਦ ਚੋਂ ਸਮਝ ਆਉਂਦਾ ਹੈ ਜਦੋਂ ਉਹ ਫਸ ਚੁੱਕੇ ਹੁੰਦੇ ਇਸ ਚਾਲ ਦੇ ਵਿੱਚ। ਐਬਸੋਲੂਟਲੀ। ਇਹ ਛੋਟੀ ਛੋਟੀ ਚੀਜ਼ਾਂ ਹੈਗੀਆਂ ਜਿਹੜੀ ਤੁਹਾਨੂੰ ਸ਼ਾਇਦ ਹੀ ਕੋਈ ਦੱਸੇਗਾ, ਬਟ ਇਸ ਪਲੇਟਫਾਰਮ ਤੋਂ ਸਾਡੀ ਕੋਸ਼ਿਸ਼ ਰਹੇਗੀ ਆਪਾਂ ਤੁਹਾਨੂੰ ਜੈਨੂਇਨ ਤਰੀਕੇ ਨਾਲ ਗਾਈਡ ਕਰ ਸਕੀਏ, ਔਰ ਤੁਸੀਂ ਵੀ ਇਸ ਪਲੇਟਫਾਰਮ ਦਾ ਫਾਇਦਾ ਚੱਕੋ। ਇਹਨਾਂ ਦਾ ਨੰਬਰ ਨੋਟ ਕਰਨਾ ਨਾ ਭੁੱਲਿਓ। ਮੈਮ ਆਪਸ਼ਨਸ ਸਾਨੂੰ ਦੱਸੋ, ਕੀ ਪ੍ਰੋਗਰਾਮਸ ਆਪਾਂ ਉੱਥੇ ਆਪਟ ਕਰ ਸਕਦੇ ਹਾਂ ਜੇ ਆਪਾਂ ਯੂਕੇ ਜਾਣਾ ਚਾਹੀਏ ਤਾਂ? ਦੇਖੋ ਯੂਕੇ ਵਾਸਤੇ ਸਾਡੇ ਕੋਲ ਆਲਮੋਸਟ ਸਾਰੀ ਯੂਨੀਵਰਸਿਟੀਜ਼ ਹੈ, ਮੋਰ ਦੈਨ 100 ਯੂਨੀਵਰਸਿਟੀਜ਼ ਹੈਗੀਆਂ, ਇਨਰ ਲੰਡਨ ਆਊਟਰ ਲੰਡਨ ਦੋਨਾਂ ਦੇ ਵਿੱਚ ਹੈਗੀਆਂ ਸਾਡੇ ਕੋਲ ਯੂਨੀਵਰਸਿਟੀਜ਼ ਆਪਸ਼ਨ। ਐਂਡ ਸਭ ਤੋਂ ਵੱਡੀ ਗੱਲ ਜਿਹੜੀ ਮੈਂ ਯੂਕੇ ਦੀ ਕਵਾਂ ਤਾਂ ਪ੍ਰੋਗਰਾਮਸ, ਨੰਬਰ ਆਫ ਪ੍ਰੋਗਰਾਮ ਹੈ, ਚਾਹੇ ਆਰਟਸ ਦਾ ਸਟੂਡੈਂਟ ਹੈ, ਚਾਹੇ ਕਾਮਰਸ ਦਾ ਹੈ, ਚਾਹੇ ਨਾਨ ਮੈਡੀਕਲ ਹੈ, ਮੈਡੀਕਲ ਹੈ, ਹਰ ਟਾਈਪ ਦੀ ਬੈਚਲਰ, ਹਰ ਟਾਈਪ ਦੇ ਅੰਡਰ ਗ੍ਰੈਜੂਏਟ, ਪੋਸਟ ਗ੍ਰੈਜੂਏਟ ਪ੍ਰੋਗਰਾਮ ਜਿਹੜੇ ਆ ਸਾਡੇ ਕੋਲ ਅਵੇਲੇਬਲ ਹੈ। ਇਸ ਤੋਂ ਇਲਾਵਾ ਉੱਥੇ ਟੌਪ ਅਪ ਪ੍ਰੋਗਰਾਮਸ ਚੱਲਦੇ ਆ ਬੈਚਲਰ ਤੋਂ ਬਾਅਦ ਵਾਲੇ ਬੱਚਿਆਂ ਵਾਸਤੇ। ਟੌਪ ਅਪ ਪ੍ਰੋਗਰਾਮ ਦੇ ਵਿੱਚ ਵੀ ਸਟੂਡੈਂਟਸ ਐਨਰੋਲ ਹੋ ਸਕਦੇ ਆ, ਸਟੂਡੈਂਟਸ ਉਹਦੇ ਵਿੱਚ ਅਪਲਾਈ ਕਰ ਸਕਦੇ ਆ। ਉਹ ਬੈਨੀਫਿਟਡ ਜ਼ਿਆਦਾਤਰ ਨਰਸਿੰਗ ਵਾਲੇ ਸਟੂਡੈਂਟਸ ਨੂੰ ਰਹਿੰਦਾ ਹੈ। ਠੀਕ ਹੈ, ਜੇ ਟੌਪ ਅਪ ਪ੍ਰੋਗਰਾਮਸ ਦੇ ਵਿੱਚ ਕਰਨਾ ਹੈ। ਕੋਰਸਿਸ ਆਪਸ਼ਨ ਨੰਬਰ ਆਫ ਹੈ, ਡਿਪੈਂਡ ਕਰਦਾ ਸਟੂਡੈਂਟ ਦਾ ਪ੍ਰੋਫਾਈਲ ਕੀ ਹੈ। ਤੁਹਾਡਾ ਕੋਈ ਵੀ ਪ੍ਰੋਫਾਈਲ ਹੈ, ਤੁਸੀਂ ਸਾਨੂੰ WhatsApp ਤੇ ਡਾਕੂਮੈਂਟ ਭੇਜੋ ਜਾਂ ਸਾਡੇ ਕਾਉਂਸਲਰ ਨਾਲ ਗੱਲ ਕਰੋ। ਜਿਹੜੇ ਨੰਬਰ ਸਾਡੇ ਟੀਵੀ ਸਕਰੀਨ ਤੇ ਫਲੈਸ਼ ਹੋ ਰਿਹਾ, ਤੁਸੀਂ ਉਹਦੇ ਉੱਤੇ ਕੰਟੈਕਟ ਕਰਕੇ ਆਪਣੀ ਅਸੈਸਮੈਂਟ ਪ੍ਰੋਪਰਲੀ ਕਰਾ ਸਕਦੇ ਹੋ। ਰਾਈਟ ਮੈਮ, ਜਿਹੜੇ ਕੈਨੇਡਾ ਤੋਂ ਲਾਈਕ ਸਪੋਜ਼ ਕੋਈ ਰਿਫਿਊਜ਼ ਹੋ ਚੁੱਕਿਆ ਹੈਗਾ, ਰਿਫਿਊਜ਼ਲ ਆ ਗਿਆ, ਕਿਆ ਉਹ ਯੂਕੇ ਦੇ ਲਈ ਅਪਲਾਈ ਕਰ ਸਕਦੇ ਨੇ? ਦੇਖੋ ਇੱਕ ਕੰਟਰੀ ਦਾ ਰਿਫਿਊਜ਼ਡ ਬੱਚਾ ਜ਼ਰੂਰੀ ਨਹੀਂ ਹੈ ਕਿ ਡਿਪੈਂਡ ਕਰਦਾ, ਜੇ ਉਸ ਕੰਟਰੀ ਨੇ ਉਹਨੂੰ ਐਲੀਜੀਬਿਲਿਟੀ ਨਹੀਂ ਉਹਦੀ ਕਲੀਅਰ ਕੀਤੀ ਜਾਂ ਨਹੀਂ ਬਣਿਆ ਵੀਜ਼ਾ, ਤਾਂ ਉਹ ਕਿਸੇ ਹੋਰ ਕੰਟਰੀ ਨਹੀਂ ਜਾ ਸਕਦਾ। ਯੈਸ, ਕੈਨੇਡਾ, ਆਸਟ੍ਰੇਲੀਆ, USA, ਕਿਸੇ ਵੀ ਕੰਟਰੀ ਤੋਂ ਤੁਸੀਂ ਰਿਫਿਊਜ਼ਡ ਹੋ, ਤੁਸੀਂ ਯੂਕੇ ਅਪਲਾਈ ਕਰ ਸਕਦੇ ਹੋ। ਇੱਦਾਂ ਦਾ ਕੁਝ ਵੀ ਨਹੀਂ ਹੈ ਕਿ ਤੁਸੀਂ ਯੂਕੇ ਅਪਲਾਈ ਨਹੀਂ ਕਰ ਸਕਦੇ। ਇਸ ਤੋਂ ਇਲਾਵਾ ਸਾਡੇ ਕੋਲ ਕੈਨੇਡਾ ਦੇ ਵਿੱਚ ਕੁਝ ਨਏ ਆਪਸ਼ਨਸ ਆਏ ਨੇ, ਮੈਂ ਉਹਨਾਂ ਬਾਰੇ ਵੀ ਡਿਸਕਸ ਕਰਨਾ ਚਾਹਾਂਗੀ। ਕੈਨੇਡਾ ਦੇ ਵਿੱਚ ਇੱਕ ਤਾਂ ਸਭ ਤੋਂ ਪਹਿਲਾਂ ਅਸੀਂ ਕਿਊਬਿਕ ਮੌਂਟਰੀਅਲ ਤਾਂ ਕਰਦੇ ਹੀ ਸੀਗੇ। ਇਸ ਤੋਂ ਇਲਾਵਾ ਵੀ ਸਾਡੇ ਕੋਲ ਕੁਝ ਪ੍ਰੋਗਰਾਮ ਆਇਆ ਹੈ, ਜੋ ਵੀ ਕੈਂਡੀਡੇਟ ਜਾਣਾ ਚਾਹੁੰਦਾ ਹੈ ਕੈਨੇਡਾ ਦੇ ਵਿੱਚ
ਕਿਸੇ ਵੀ ਵੀਜ਼ਾ ਦੇ ਉੱਤੇ, ਚਾਹੇ ਉਹਦੇ ਕੋਲ ਸਟੱਡੀ ਹੈ ਜਾਂ ਨਹੀਂ ਹੈ, ਸਾਡੇ ਕੋਲ ਕੁਝ ਐਦਾਂ ਦੀਆਂ ਚੀਜ਼ਾਂ ਆਈਆਂ ਹੈਗੀਆਂ ਨਵੀਆਂ ਜਿਨ੍ਹਾਂ ਦੇ ਵਿੱਚ ਅਸੀਂ ਉਹਨਾਂ ਦਾ ਐਪਲੀਕੈਂਟ ਦਾ ਅਪਲਾਈ ਕਰਕੇ ਉਹਨਾਂ ਨੂੰ ਵੀਜ਼ਾ ਜਿਹੜਾ ਹੈ ਲੈ ਕੇ ਦੇ ਸਕਦੇ ਹਾਂ। ਅੱਛਾ, ਹਾਂਜੀ, ਇਹਦੇ ਵਿੱਚ ਕੋਈ ਸਟੱਡੀ ਦੀ ਪ੍ਰੋਬਲਮ ਨਹੀਂ ਹੈ, ਚਾਹੇ ਬੱਚਾ ਪੜ੍ਹਿਆ ਹੈ, ਚਾਹੇ ਕੈਂਡੀਡੇਟ ਪੜ੍ਹਿਆ ਹੈ, ਨਹੀਂ ਪੜ੍ਹਿਆ, ਉਹਦੇ ਕੋਲ ਐਕਸਪੀਰੀਅੰਸ ਹੈ, ਨਹੀਂ ਐਕਸਪੀਰੀਅੰਸ ਹੈ। ਇਸ ਤੋਂ ਇਲਾਵਾ ITI ਵਾਲੇ ਸਟੂਡੈਂਟਸ ਲਈ ਬਹੁਤ ਅੱਛੀ ਆਪਸ਼ਨਸ ਆਈਆਂ। ਅੱਛਾ, ITI ਹੋਲਡਰਸ ਜਿਨ੍ਹਾਂ ਕੋਲ ਐਕਸਪੀਰੀਅੰਸ ਹੈ 2 ਸਾਲ ਦਾ, ਉਹਨਾਂ ਵਾਸਤੇ ਵੀ ਅਸੀਂ ਇੱਕ ਪ੍ਰੋਗਰਾਮ ਲੈ ਕੇ ਆਏ ਹਾਂ। ਇਹਨਾਂ ਦੀ ਇਸ ਚੀਜ਼ਾਂ ਦੀ ਇਨਫੋਰਮੇਸ਼ਨ ਜੇ ਤੁਹਾਨੂੰ ਜ਼ਿਆਦਾ ਚਾਹੀਦੀ ਹੈ ਤਾਂ ਤੁਸੀਂ ਸਾਡੇ ਡਾਇਰੈਕਟ ਕਾਉਂਸਲਰ ਨਾਲ ਗੱਲ ਕਰ ਸਕਦੇ ਹੋ। ਬਿਲਕੁਲ। ਦੇਖੋ, ਸਟੱਡੀ ਤੋਂ ਇਲਾਵਾ ਜੇ ਤੁਸੀਂ ਜਾਣਾ ਚਾਹੁੰਦੇ ਹੋ ਨਾ ਕੈਨੇਡਾ, ਸੋ ਇਹ ਬੈਸਟ ਆਪਸ਼ਨ ਹੈਗਾ ਤੁਹਾਡੇ ਲਈ। ਜ਼ਿਆਦਾ ਇਨਫੋਰਮੇਸ਼ਨ ਦੇ ਲਈ ਤੁਸੀਂ ਇਹਨਾਂ ਨਾਲ ਕੰਟੈਕਟ ਕਰ ਸਕਦੇ ਹੋ, ਪਰਸਨਲੀ ਅਪਾਇੰਟਮੈਂਟ ਬੁੱਕ ਕਰ ਸਕਦੇ ਹੋ। ਮੈਮ, ਤੁਸੀਂ ਪਰਸਨਲੀ ਮਿਲ ਲੈਂਦੇ ਹੋ ਸਟੂਡੈਂਟਸ ਨੂੰ? ਹਾਂਜੀ, ਬਿਲਕੁਲ ਮਿਲ ਲੈਂਦੇ ਹਾਂ। ਜਿਹਨੇ ਵੀ ਕੈਂਡੀਡੇਟ ਨੇ ਮਿਲਣਾ ਹੈਗਾ ਉਹ ਅਪਾਇੰਟਮੈਂਟ ਲੈ ਕੇ ਮਿਲ ਸਕਦਾ, ਕਿਉਂਕਿ ਦੋਨੋਂ ਬ੍ਰਾਂਚਿਸ ਦੇ ਵਿੱਚ ਆਲਟਰਨੇਟ ਡੇਜ਼ ਦੇ ਵਿੱਚ ਮੇਰੀ ਵਿਜ਼ਿਟ ਹੁੰਦੀ ਹੈ। ਤਾਂ ਜਿਹੜੀ ਵੀ ਬ੍ਰਾਂਚ ਦੇ ਵਿੱਚ ਕੈਂਡੀਡੇਟ ਨੇ ਵਿਜ਼ਿਟ ਕਰਨਾ, ਉਹ ਪ੍ਰਾਇਰ ਮੇਰੇ ਤੇ ਕਾਉਂਸਲਰ ਤੋਂ ਅਪਾਇੰਟਮੈਂਟ ਲੈ ਕੇ ਮੈਨੂੰ ਮਿਲ ਸਕਦਾ ਹੈ। ਮੈਂ ਇੱਕੋ ਚੀਜ਼ ਬੋਲਾਂਗੀ, ਚਾਹੇ ਕੋਈ ਕੈਂਡੀਡੇਟ ਹੈ, ਚਾਹੇ ਕੋਈ ਸਟੂਡੈਂਟ ਹੈ, ਚਾਹੇ ਕੋਈ ITI ਹੋਲਡਰ ਹੈ, ਕਿਸੇ ਨੇ ਵੀ ਕਿਤੇ ਵੀ ਜਾਣਾ ਹੈ, ਕਾਉਂਸਲਿੰਗ ਲੈਣ ਦੇ ਵਿੱਚ ਕੋਈ ਬੁਰਾਈ ਨਹੀਂ ਹੈ। ਇੱਕ ਵਾਰ ਤੁਸੀਂ ਚਾਹੇ ਅਬਰੋਡ ਆਉਂਦੇ ਹੋ, ਤੁਸੀਂ ਸਾਡੇ ਤੋਂ ਕਾਉਂਸਲਿੰਗ ਲੈ ਸਕਦੇ ਹੋ ਪ੍ਰੋਪਰਲੀ ਕਿ ਤੁਹਾਨੂੰ ਅਸੀਂ ਕਿੱਦਾਂ ਪਹੁੰਚਾ ਸਕਦੇ ਹਾਂ, ਠੀਕ ਹੈ ਨਾ। ਜੋ ਸਾਡੇ ਲਈ ਬੈਸਟ ਵੇ ਆਊਟ ਹੋਏਗਾ ਤੁਹਾਨੂੰ ਉਹ ਪ੍ਰੋਪਰਲੀ ਗਾਈਡ ਕੀਤਾ ਜਾਏਗਾ, ਕਿਉਂਕਿ ਸਾਡਾ ਮੰਨਣਾ ਇਹ ਹੈ ਕਿ ਤੁਹਾਨੂੰ ਸਿਰਫ ਪਹੁੰਚਾਉਣਾ ਮਕਸਦ ਨਹੀਂ ਹੈ, ਤੁਹਾਨੂੰ ਕੋਈ ਰਿਜ਼ਲਟਸ ਮਿਲਣ, ਤੁਹਾਨੂੰ ਪੂਰਾ ਫੀਡਬੈਕ ਮਿਲੇ, ਤੁਹਾਨੂੰ ਪ੍ਰੋਪਰ ਗਾਈਡੈਂਸ ਮਿਲੇ ਕਿ ਸਟੈਪ ਬਾਏ ਸਟੈਪ ਤੁਹਾਡਾ ਰਾਹ ਕੀ ਹੈ, ਤੁਸੀਂ ਪਹੁੰਚਣਾ ਕਿੱਦਾਂ ਹੈ। ਦੇਖੋ, ਬੇਸਿਕਲੀ ਕੋਈ ਵੀ ਵੀਜ਼ਾ ਦੇ ਉੱਤੇ ਬੰਦਾ ਜਾ ਰਿਹਾ, ਚਾਹੇ ਕੈਂਡੀਡੇਟ ਜਿਹੜਾ ਹੈ ਟੈਂਪਰੇਰੀ ਰੈਜ਼ੀਡੈਂਸੀ ਤੇ ਜਾ ਰਿਹਾ, ਚਾਹੇ ਸਟੂਡੈਂਟ ਤੇ ਜਾ ਰਿਹਾ, ਚਾਹੇ ਵਿਜ਼ਟਰ ਤੇ ਜਾ ਰਿਹਾ, ਬੇਸਿਕਲੀ ਤਾਂ ਉਹਨਾਂ ਦਾ ਮਕਸਦ ਉੱਥੇ PR ਲੈਣਾ ਨਾ। ਐਬਸੋਲੂਟਲੀ। ਹੁਣ PR ਕਿੱਦਾਂ ਲੈਣੀ ਹੈ, ਕਿਹੜੇ ਵੀਜ਼ਾ ਦੇ ਥਰੂ ਪਹੁੰਚ ਸਕਦੇ ਹੋ, ਉਹ ਸਾਰੀਆਂ ਚੀਜ਼ਾਂ ਅਸੀਂ ਗਾਈਡ ਕਰਾਂਗੇ। ਤੁਸੀਂ ਜੇ ਆਪਣਾ ਪ੍ਰੋਫਾਈਲ ਡਿਸਕਸ ਕਰੋਗੇ ਸਾਡੇ ਨਾਲ ਤਾਂ ਅਸੀਂ ਤੁਹਾਨੂੰ ਬੈਸਟ ਗਾਈਡੈਂਸ ਦਾਂਗੇ, ਬੈਸਟ ਪੋਸੀਬਲ ਵੇ ਕੱਢਾਂਗੇ ਤੁਹਾਡੇ ਵਾਸਤੇ ਕਿ ਤੁਹਾਨੂੰ ਕਿੱਦਾਂ ਪਹੁੰਚਾਇਆ ਜਾ ਸਕਦਾ। ਅੱਛਾ, ਇੱਕ ਕਨਫਿਊਜ਼ਨ ਹੋਰ ਦੂਰ ਕਰੋ। ਬੜੇ ਸਾਰੇ ਏਜੰਟਸ ਇੱਦਾਂ ਦੀ ਗੱਲਾਂ ਕਰਦੇ ਨੇ ਕਿ ਤੁਸੀਂ ਪਹਿਲੇ ਆਓ ਸਾਡੇ ਕੋਲ, ਵੀਜ਼ਾ ਵੀ ਆਪਾਂ ਲਗਾ ਦਾਂਗੇ, ਤੁਹਾਡੀ ਫੀਸ ਆਪਾਂ ਭਰਾਂਗੇ, ਤੁਸੀਂ ਉੱਥੇ ਪਹੁੰਚ ਜਾਓ, ਫਿਰ ਸਾਨੂੰ ਪੈਸੇ ਦਿਓ। ਇਹ ਕਿੰਨਾ ਕੁ ਸੱਚ ਹੈ? ਉਹਨਾਂ ਦੇ ਕਿੰਨੇ ਕੁ ਵੀਜ਼ਾਸ ਆਉਂਦੇ ਔਰ ਉਹਨਾਂ ਦੇ ਥਰੂ ਕਿੰਨੇ ਕੁ ਬੱਚੇ ਜਾਂਦੇ? ਫਿਰ ਤਾਂ ਮੈਨੂੰ ਲੱਗਦਾ ਬਾਕੀ ਏਜੰਟਾਂ ਦੀ ਦੁਕਾਨਾਂ ਬੰਦ ਹੀ ਹੋ ਜਾਣੀ ਚਾਹੀਦੀ ਹੈ, ਫਿਰ ਤਾਂ ਸਾਰੇ ਬੱਚੇ ਉਹਨਾਂ ਕੋਲ ਹੀ ਪਹੁੰਚ ਜਾਣੇ ਚਾਹੀਦੇ ਆ। ਇਹ ਸਾਰੀ ਫੈਸਿਲਿਟੀਆਂ ਦੇਣ ਤੋਂ ਬਾਵਜੂਦ ਵੀ ਉਹਨਾਂ ਕੋਲ ਕੈਂਡੀਡੇਟ ਨਹੀਂ ਹੈ। ਕਿੰਨੇ ਸਾਰੇ ਏਜੰਟਸ ਇਹ ਵੀ ਕਹਿੰਦੇ ਆ ਅਸੀਂ ਲੱਖ ਰੁਪਏ ਤੁਹਾਨੂੰ ਕੰਪਨਸੇਸ਼ਨ ਅਮਾਉਂਟ ਦਾਂਗੇ, ਕੋਈ ਲੱਖ ਰੁਪਏ ਦੇ ਵਾਊਚਰ ਵੰਡੀ ਜਾਂਦਾ ਪਿਆ, ਕੋਈ ਫ੍ਰੀ 에ਅਰ ਟਿਕਟ ਵੰਡੀ ਜਾਂਦਾ। ਕਿੰਨੇ ਕੁ ਬੱਚਿਆਂ ਦਾ ਰਸ਼, ਲਾਈਨ ਲੱਗੀ ਹੋਣੀ ਚਾਹੀਦੀ ਉੱਥੇ ਤਾਂ ਆਫਿਸ 'ਚ। ਉਹਨਾਂ ਦੇ ਆਫਿਸ ਦੇਖੋ ਜਾ ਕੇ ਖਾਲੀ ਪਏ ਨੇ। ਮਤਲਬ ਇਦਾਂ ਦੀ ਗੱਲਾਂ ਤੇ ਭਰੋਸਾ ਨਹੀਂ ਕਰਨਾ। ਦੇਖੋ, ਸਟੂਡੈਂਟ ਵੀ ਅਵੇਅਰ ਹੈ। ਅੱਜ ਦੇ ਟਾਈਮ ਦੇ ਵਿੱਚ ਮਾਪਿਓ ਤੋਂ ਇਲਾਵਾ 10 ਰੁਪਏ ਕੋਈ ਕਿਸੇ ਤੇ ਖਰਚ ਕੇ ਦਿਖਾਵੇ ਬਿਨਾ ਮਤਲਬ ਤੋਂ, ਬਿਨਾ ਮਤਲਬ ਤੋਂ ਤੁਹਾਨੂੰ ਡੋਮਿਨੋਜ਼ ਵੀ ਵਾਊਚਰ ਨਹੀਂ ਦਿੰਦਾ। ਇੰਨੀ ਵੱਡੀ ਕੰਪਨੀ ਹੈ, ਬਿਨਾ ਮਤਲਬ ਤੋਂ ਕੋਈ ਵੀ ਕੰਪਨੀ ਨਹੀਂ ਤੁਹਾਨੂੰ ਕੁਝ ਵੀ ਨਹੀਂ ਦਿੰਦੀ, ਠੀਕ ਹੈ ਨਾ। ਤਾਂ ਫਿਰ ਇਹ ਕਿਉਂ ਕੋਈ ਏਜੰਟ ਕਿਉਂ ਕਰੇਗਾ? ਔਰ ਇਹ ਆਪਣੀ ਜਿਹੜੀ ਇੰਡਸਟਰੀ ਹੈ ਉਹ ਤਾਂ ਹੈ ਹੀ ਬਹੁਤ ਛੋਟੀ ਜੀ, ਠੀਕ ਹੈ ਨਾ। ਇੱਕੋ ਚੀਜ਼ ਹੈ, ਮੈਂ ਸਟੂਡੈਂਟਸ ਨੂੰ ਇੱਕੋ ਚੀਜ਼, ਐਪਲੀਕੈਂਟਸ ਨੂੰ ਇੱਕੋ ਚੀਜ਼ ਸਮਝਾਉਣਾ ਚਾਹਾਂਗੀ, ਅਸੀਂ ਆਫਰਸ ਨੂੰ ਦੇਖ ਕੇ ਅਟਰੈਕਟ ਹੁੰਨੇ ਆ, ਠੀਕ ਹੈ, ਬਟ ਤੁਸੀਂ ਇਹ ਚੀਜ਼ ਦੇਖੋ, ਉਹਨਾਂ ਆਫਰਸ ਦੇ ਪਿੱਛੇ ਛੁਪਿਆ ਜਿਹੜਾ ਉਹ ਏਜੰਟ ਹੈ ਉਹਦਾ ਕੀ ਮੋਟਿਵ ਹੈਗਾ, ਉਹ ਤੁਹਾਨੂੰ ਕਲੀਅਰ ਹੋਇਆ? ਕਿ ਤੁਹਾਨੂੰ ਲੱਗਿਆ ਕਿ ਉਹਦੀ ਫਾਈਲਿੰਗ ਦੇ ਵਿੱਚ ਤੁਹਾਨੂੰ ਵੀਜ਼ਾ ਲੈ ਕੇ ਦੇ ਸਕਦਾ ਹੈ? ਜਿਹੜਾ ਬੰਦਾ ਤੁਹਾਨੂੰ 1.5-2 ਲੱਖ ਦੇ ਆਫਰ ਇੱਥੋਂ ਦੇ ਰਿਹਾ, ਕੋਈ ਵੀ ਕਾਲਜ ਕਮਿਸ਼ਨ ਨਹੀਂ ਦਿੰਦਾ ਜੀ 1.5 ਤੋਂ 2 ਲੱਖ। ਕਾਲਜਸ ਦੀ ਕਮਿਸ਼ਨ 70,000 ਤੋਂ ਲੈ ਕੇ ਲੱਖ, 1.25 ਲੱਖ ਤੱਕ ਹੁੰਦੀ ਹੈ। ਇਸ ਤੋਂ ਉੱਪਰ ਕੋਈ ਕਾਲਜ ਯੂਨੀਵਰਸਿਟੀ ਦੀ ਕਮਿਸ਼ਨ ਨਹੀਂ ਹੈ। ਕਿਹੜਾ ਏਜੰਟ ਆਪਣੀ ਜੇਬ ਚੋਂ ਪੈਸੇ ਲਾ ਕੇ ਦੇਗਾ? 2 ਲੱਖ ਤੋਂ ਉੱਪਰ ਦੀ ਤਾਂ ਕੈਨੇਡਾ ਦੀ ਟਿਕਟ ਹੋਈ ਪਈ ਹੈ। ਉਹ ਕਹਿੰਦਾ ਮੈਂ ਟਿਕਟ ਵੀ ਦਾਂਗਾ, ਮੈਂ ਲੱਖ ਰੁਪਏ ਦੇ ਵਾਊਚਰ ਵੀ ਦਾਂਗਾ। ਅੱਛਾ, ਜੇ ਕੈਂਡੀਡੇਟ ਕੋਈ ਰਿਫਿਊਜ਼ ਹੋ ਜਾਂਦਾ ਤਾਂ ਮੈਂ ਉਹਨੂੰ ਲੱਖ ਰੁਪਏ ਕੰਪਨਸੇਸ਼ਨ ਵੀ ਦਾਂਗਾ। ਆ ਕੰਪਨਸੇਸ਼ਨ ਫੰਡ ਪਤਾ ਨਹੀਂ ਕਦੋਂ ਤੋਂ ਖੁੱਲ ਗਿਆ। ਤਾਂ ਇਹ ਸਾਰੀਆਂ ਜਿਹੜੀਆਂ ਗੱਲਾਂ ਹੈਗੀਆਂ, ਮੈਨੂੰ ਲੱਗਦਾ ਨਹੀਂ ਕਿ ਇਹਨਾਂ ਦੇ ਵਿੱਚ ਕੋਈ ਸੱਚਾਈ ਹੈਗੀ ਹੈ। ਐਂਡ ਅੱਜ ਦੇ ਟਾਈਮ ਦੇ ਵਿੱਚ ਬੱਚੇ ਔਰ ਸਟੂਡੈਂਟਸ ਜਿਹੜੇ ਐਪਲੀਕੈਂਟਸ ਹੈ ਉਹ ਕਾਫੀ ਸਮਝਦਾਰ ਹੋ ਚੁੱਕੇ ਹੈ। ਇਹੋ ਜਿਹੀ ਆਫਰਸ ਨੂੰ ਸੁਣ ਕੇ ਕੋਈ ਨਹੀਂ ਅਟਰੈਕਟ ਹੁੰਦਾ। ਰਾਈਟ, ਇਹ ਫਾਈਨੈਂਸਰਸ ਵਾਲਾ ਕੰਮ ਕਰ ਰਹੇ ਨੇ। ਬਿਲਕੁਲ ਜੀ, ਬਿਲਕੁਲ। ਇਹ ਸਾਰਾ ਇੱਕ ਝੂਠਾ ਦਿਖਾਵਾ ਹੈ ਜੀ। ਜਿਹੜਾ ਬੇਸਿਕਲੀ ਹੈ, ਤੁਹਾਨੂੰ ਇੱਕੋ ਚੀਜ਼ ਗਾਈਡ ਕਰਾਂਗੀ। ਦੇਖੋ, ਵੀਜ਼ਾ ਲੈਣਾ ਹੈ ਨਾ, ਜਿਹੜਾ ਵੀਜ਼ਾ ਹੈ ਉਹ ਕੈਂਡੀਡੇਟ ਦੇ ਪ੍ਰੋਫਾਈਲ ਦੇ ਉੱਤੇ ਡਿਪੈਂਡ ਕਰਦਾ ਹੈ। ਚਾਹੇ ਤੁਸੀਂ ਟੂਰਿਸਟ ਤੇ ਲਾਓ, ਚਾਹੇ ਤੁਸੀਂ ਵਿਜ਼ਟਰ ਤੇ ਲਾਓ, ਚਾਹੇ ਤੁਸੀਂ ਸਟੂਡੈਂਟ ਲਾਓ, ਚਾਹੇ ਤੁਸੀਂ ਪਰਮਾਨੈਂਟ ਰੈਜ਼ੀਡੈਂਸੀ ਲਾਓ, ਟੈਂਪਰੇਰੀ ਰੈਜ਼ੀਡੈਂਸੀ ਲਾਓ, ਤੁਹਾਨੂੰ ਚੈੱਕਲਿਸਟ ਫੋਲੋ ਕਰਨੀ ਹੈ। ਹੁਣ ਸਟੂਡੈਂਟ ਵੀਜ਼ਾ ਦੀ ਗੱਲ ਹੈ, ਕਿਊਬਿਕ ਦੇ ਵਿੱਚ ਸਭ ਤੋਂ ਜ਼ਿਆਦਾ ਵੀਜ਼ਾ ਮੇਰੇ ਖਿਆਲ ਨਾਲ ਅਸੀਂ ਹੀ ਲਿੱਤੇ, ਜਿੰਨੇ ਵੀ ਟਫ ਵੀਜ਼ਾ ਸੀਗੇ।
9 ਸਾਲ ਦੇ ਗੈਪ ਦਾ ਵੀ ਬੱਚੇ ਦਾ ਵੀਜ਼ਾ ਸਾਡੇ ਕੋਲ ਹੈ, 5 ਬੈਂਡ ਦੇ ਬੱਚੇ ਦਾ ਵੀਜ਼ਾ ਵੀ ਸਾਡੇ ਕੋਲ ਹੈ, 3 ਵਾਰ ਕੈਨੇਡਾ ਰਿਫਿਊਜ਼ ਬੱਚੇ ਦਾ ਵੀ ਵੀਜ਼ਾ ਸਾਡੇ ਕੋਲ ਹੈ, ਠੀਕ ਹੈ, ਬੀਟੈਕ ਪਾਸ ਆਊਟ, ਓਵਰਆਲ 6 not less than 5.5 ਵੀਜ਼ਾ ਸਾਡੇ ਕੋਲ ਹੈ। 4 ਸਾਲ ਦਾ ਗੈਪ ਸੀਗਾ ਬੱਚੇ ਦਾ, ਫਿਰ 3 ਵਾਰ ਰਿਫਿਊਜ਼ ਸੀਗਾ, ਉਹਦਾ ਵੀ ਵੀਜ਼ਾ ਸੀ ਆਪਣੀ ਵੈਬਸਾਈਟ ਤੇ ਪਾਇਆ। ਬਹੁਤ ਐਦਾਂ ਦੇ ਸੀ, ਬਹੁਤ ਸਾਰੇ ਕੋਰਸਿਸ ਹੈ, ਬਹੁਤ ਸਾਰੇ ਕੇਸਿਸ ਹੈ ਜਿਨ੍ਹਾਂ ਦੇ ਵਿੱਚ ਟਫ ਕੇਸਿਸ ਦੇ ਵਿੱਚ ਅਸੀਂ ਵੀਜ਼ਾ ਲਿੱਤੇ ਹੈ। ਤਾਂ ਐਦਾਂ ਨਹੀਂ ਹੈ ਵੀ ਕੋਈ ਸਾਡੀ ਸੈਟਿੰਗ ਹੈ, ਐਦਾਂ ਨਹੀਂ ਵੀ ਹਾਂ ਵੀਜ਼ਾ ਆਫਿਸਰ ਸਾਡੇ ਕੋਈ ਕਰਦੇ ਹੈਗੇ ਆ, ਸਿਰਫ ਫਾਈਲਿੰਗ ਦੇ ਉੱਤੇ ਡਿਪੈਂਡ ਕਰਦਾ ਹੈ। ਹੁਣ ਕਈ ਵਾਰ ਬੱਚੇ ਰਿਫਿਊਜ਼ ਵੀ ਹੁੰਦੇ ਆ, ਹੁਣੇ ਕਿੰਨੇ ਨੈਗੇਟਿਵ ਰਿਜ਼ਲਟ ਦਿੱਤੇ ਕੈਨੇਡਾ ਨੇ, ਬੱਚੇ ਬਹੁਤ ਜ਼ਿਆਦਾ ਨਿਰਾਸ਼ ਹੋਏ ਨੇ। ਪਰ ਇਹੀ ਬੱਚਿਆਂ ਨੇ ਬੈਕਲੌਗ ਦਾ ਰਸ਼ ਕਿੰਨਾ ਮਚਾਤਾ ਸੀਗਾ, ਬੱਚਿਆਂ ਕੋਲ ਪੇਸ਼ੈਂਸ ਨਹੀਂ ਸੀਗੀ। ਸ਼ੋਜ਼ ਦੇ ਵਿੱਚ ਕਾਲ ਹੀ 70% ਇਹਨਾਂ ਬੱਚਿਆਂ ਦੀ ਹੁੰਦੀ ਸੀ। ਹੁਣ ਜਦ ਨੈਗੇਟਿਵ ਰਿਜ਼ਲਟ ਆ ਗਏ ਤਾਂ ਹਾਏ ਹਾਏ ਕਰਦੇ ਪਏ, ਤੁਹਾਨੂੰ ਪੇਸ਼ੈਂਸ ਨਹੀਂ ਸੀਗੀ, ਵੇਟ ਕਰ ਲੈਂਦੇ, ਮੇਬੀ ਪੋਜ਼ਿਟਿਵ ਰਿਜ਼ਲਟ ਆਂਦੇ। ਆਪਾਂ ਕਿਸੇ ਵੀ ਚੀਜ਼ ਨੂੰ ਜਦੋਂ ਸਟ੍ਰੈਚ ਕਰਦੇ ਹਾਂ ਉਹ ਖਿੱਚ ਕੇ ਟੁੱਟੇਗੀ। ਆਪਾਂ ਕਿਸੇ ਵੀ ਚੀਜ਼ ਦੇ ਉੱਤੇ ਬਰਡਨ ਪਾਉਂਦੇ ਹਾਂ, ਸੇਮ ਅਸੀਂ ਅੰਬੈਸੀ ਦੇ ਉੱਤੇ ਪਾਤਾ ਕਿ ਸਾਨੂੰ ਤਾਂ ਰਿਜ਼ਲਟ ਦਿਓ, ਚਾਹੇ ਜਿਹੜਾ ਮਰਜ਼ੀ ਦੇ ਦਿਓ, ਪੇਸ਼ੈਂਸ ਨਹੀਂ ਹੈ। ਪਰ ਸਾਲ ਦਾ ਬੱਚਿਆਂ ਦਾ ਨੁਕਸਾਨ ਹੋ ਗਿਆ। ਐਬਸੋਲੂਟਲੀ। ਅੱਛਾ, ਕਿਸੇ ਹੋਰ ਏਜੰਟ ਤੋਂ ਰਿਫਿਊਜ਼ਡ ਬੱਚਾ ਜੇ ਤੁਹਾਡੇ ਕੋਲ ਆਉਣਾ ਚਾਹੇ ਤਾਂ ਉਹ ਆ ਸਕਦਾ? ਬਿਲਕੁਲ ਜੀ, ਕਿਸੇ ਵੀ ਏਜੰਟ ਤੋਂ ਕੋਈ ਵੀ ਸਟੂਡੈਂਟ ਰਿਫਿਊਜ਼ ਹੈ ਤਾਂ ਉਹ ਜ਼ਰੂਰ ਆਈ ਅਬਰੋਡ ਦੇ ਵਿੱਚ ਅਪਲਾਈ ਕਰ ਸਕਦਾ ਹੈ। ਉਹਦੀ ਜਿਹੜੀ ਫਾਈਲਿੰਗ ਦੀ ਟੇਕ ਕੇਅਰ ਹੈ। ਇੱਕ ਚੀਜ਼ ਮੈਂ ਬੋਲਾਂਗੀ ਕਿ ਉਸ ਏਜੰਟ ਤੋਂ ਉਹ ਫਾਰਮਸ ਜਿਹੜੇ ਹੈ ਉਹਦੇ ਪਲੱਸ ਉਹਦਾ ਜਿਹੜਾ SOP ਵਗੈਰਾ ਜੋ ਵੀ ਉਹਨਾਂ ਨੇ ਫਿਲ ਕੀਤੀ ਸੀ ਉਹ ਸਾਨੂੰ ਜ਼ਰੂਰ ਚਾਹੀਦੇ ਹੋਣਗੇ, ਕਿਉਂਕਿ ਸਮ ਟਾਈਮ ਇਨਫੋਰਮੇਸ਼ਨ ਜਿਹੜੀ ਹੈ ਉਹ ਮਿਸਮੈਚ ਨਾ ਹੋ ਜਾਏ ਜਦੋਂ ਸੈਕੰਡ ਟਾਈਮ ਅਪਲਾਈ। ਅੱਛਾ, ਕਈ ਏਜੰਟਸ ਮੈਮ, ਪਤਾ ਨਹੀਂ ਤੁਹਾਨੂੰ ਪਤਾ ਹੈ ਕਿ ਨਹੀਂ, ਬਟ ਕੁਝ ਸਟੂਡੈਂਟਸ ਨੇ ਦੱਸਿਆ ਕਿ ਉਹਨਾਂ ਦੇ ਓਰੀਜਨਲ ਡਾਕੂਮੈਂਟਸ ਰੱਖ ਲੈਂਦੇ ਨੇ, ਮੁੜ ਕੇ ਕਹਿੰਦੇ ਨੇ ਵੀ ਜੇ ਤੁਹਾਨੂੰ ਫੀਸ ਵਾਪਸ ਚਾਹੀਦੀ ਹੈਗੀ ਹੈ ਤਾਂ ਫੀਸ ਵਾਪਸ ਨਹੀਂ ਦੇਵਾਂਗੇ, ਡਾਕੂਮੈਂਟ ਰੱਖ ਲੈਂਦੇ। ਇੱਦਾਂ ਕਈ ਤਰੀਕੇ ਰੱਖੇ ਹੋਏ ਨੇ। ਇੱਦਾਂ ਦੇ ਬਹੁਤ ਸਾਰੇ ਏਜੰਟਸ ਹੈ ਜਿਹੜੇ ਪੈਕੇਜ ਦੇ ਵਿੱਚ ਵੀ ਡੀਲ ਕਰਦੇ ਆ, ਉਹ ਵੀ ਬੱਚਿਆਂ ਦੇ ਪਾਸਪੋਰਟ ਔਰ ਡਾਕੂਮੈਂਟ ਰੱਖਦੇ ਆ। ਜੇ ਮੰਨ ਲਓ ਪੈਕੇਜ ਦੇ ਵਿੱਚ ਵੀ ਜਿਸ ਬੰਦੇ ਨੇ ਡੀਲ ਕੀਤਾ, ਜੇ ਉਹਦਾ ਬੱਚੇ ਦਾ ਵੀਜ਼ਾ ਰਿਫਿਊਜ਼ ਹੋਇਆ ਤਾਂ ਵੀ ਉਹ ਲੱਖ ਰੁਪਏ ਮੰਗਦੇ ਨੇ ਡਾਕੂਮੈਂਟ ਦੇਣ ਵੇਲੇ। ਪਹਿਲਾਂ ਤਾਂ ਉਸ ਬੱਚੇ ਨੂੰ ਇਹ ਕਹਿ ਕੇ ਐਨਰੋਲ ਕੀਤਾ ਜਾਂਦਾ ਕਿ ਤੇਰੀ ਆਫਟਰ ਵੀਜ਼ਾ ਪੇਮੈਂਟ ਹੋਏਗੀ। ਜਿਹਦਾ ਵੀਜ਼ਾ ਆ ਗਿਆ ਉਤੋਂ ਤਾਂ ਉਹਨਾਂ ਨੇ 8-10 ਲੱਖ ਲੈ ਹੀ ਲੈਣਾ, ਜਿਹੜਾ ਰਿਫਿਊਜ਼ ਹੋ ਗਿਆ ਉਤੋਂ ਹੀ ਲੱਖ ਰੁਪਏ 1.5 ਲੱਖ ਰੁਪਏ ਲੈਂਦੇ ਆ ਡਾਕੂਮੈਂਟਸ ਦਾ। ਡਾਕੂਮੈਂਟਸ ਵਾਸਤੇ ਮੈਂ ਹਮੇਸ਼ਾ ਸਟੂਡੈਂਟਸ ਨੂੰ ਕਹਿੰਦੀ ਆ, ਤੁਹਾਡੇ ਪੂਰੀ ਲਾਈਫ ਦੀ ਕਮਾਈ ਹੈ ਤੁਹਾਡੇ ਐਜੂਕੇਸ਼ਨਲ ਡਾਕੂਮੈਂਟ। ਤੁਹਾਨੂੰ ਕਿਸੇ ਵੀ ਏਜੰਟ ਨੂੰ ਹੈਂਡਓਵਰ ਕਰਨ ਦੀ ਜ਼ਰੂਰਤ ਨਹੀਂ ਹੈ, ਚਾਹੇ ਉਹ ਆਈ ਅਬਰੋਡ ਦਾ ਸਟਾਫ ਵੀ ਕਿਉਂ ਨਾ ਮੰਗ ਰਿਹਾ ਹੋਵੇ, ਤੁਹਾਨੂੰ ਨਹੀਂ ਦੇਣ ਦੀ ਲੋੜ। ਇਹ ਮੈਂ ਹਮੇਸ਼ਾ ਕਿਹਾ। ਵੈਸੇ ਸਾਡਾ ਆਫਿਸ ਦੇ ਵਿੱਚ ਰੂਲ ਹੈ, ਅਸੀਂ ਕਿਸੇ ਦੇ ਵੀ ਐਜੂਕੇਸ਼ਨਲ ਡਾਕੂਮੈਂਟ ਓਰੀਜਨਲ ਨਹੀਂ ਰੱਖੇ, ਕਿਉਂਕਿ ਸਾਨੂੰ ਸਿਰਫ ਸਕੈਨ ਚਾਹੀਦੇ ਹੁੰਦੇ। ਹਾਂ, ਬਟ ਅਸੀਂ ਇੱਕ ਵਾਰ ਚੈੱਕ ਜ਼ਰੂਰ ਕਰਦੇ ਹਾਂ ਓਰੀਜਨਲ, ਬਿਕੋਜ਼ ਅੱਜ ਕੱਲ ਬੱਚੇ ਐਡਿਟਿੰਗ ਤੁਹਾਨੂੰ ਪਤਾ ਹੀ ਹੈ ਬਹੁਤ ਜ਼ਿਆਦਾ ਕਰਨੀ ਸ਼ੁਰੂ ਕਰਤੀ ਹੈ, ਜਿਹਦੇ ਕਰਕੇ ਸਾਨੂੰ ਅੱਗੇ ਦਿੱਕਤ ਕਾਲਜ ਦੇ ਵਿੱਚ ਅੰਬੈਸੀ ਦੇ ਵਿੱਚ ਨਾ ਆਏ। ਤਾਂ ਅਸੀਂ ਇੱਕ ਵਾਰ ਜ਼ਰੂਰ ਓਰੀਜਨਲ ਡਾਕੂਮੈਂਟ ਦੇਖਦੇ ਆ, ਪਰ ਬੱਚੇ ਦੇ ਰੱਖੇ ਨਹੀਂ ਜਾਂਦੇ। ਠੀਕ ਹੈ। ਗੈਪ ਦੀ ਮੈਂ ਗੱਲ ਕਰਨਾ ਚਾਹਾਂਗੀ, ਲੇਕਿਨ ਉਸ ਤੋਂ ਪਹਿਲੇ ਮੈਂ ਤੁਹਾਨੂੰ ਦੱਸ ਦੇਵਾਂ, ਜੇ ਤੁਸੀਂ ਇਹਨਾਂ ਨਾਲ ਪਰਸਨਲੀ ਮਿਲ ਕੇ ਗੱਲਬਾਤ ਕਰਨਾ ਚਾਹੁੰਦੇ ਹੋ, ਮੈਂ ਬਾਰ-ਬਾਰ ਕਹਿ ਰਹੀ ਹਾਂ ਇਹਨਾਂ ਦੇ ਨੰਬਰ ਨੋਟ ਕਰਨਾ ਨਾ ਭੁੱਲਿਓ। ਮੋਰ ਓਵਰ ਪਰਸਨਲੀ ਜਦ ਤੁਸੀਂ ਇਹਨਾਂ ਨੂੰ ਮਿਲੋਗੇ ਤੁਹਾਡੇ ਦਿਮਾਗ ਦੇ ਵਿੱਚ ਹੋਰ ਕਲੈਰਿਟੀ ਆਏਗੀ, ਤੁਹਾਡੇ ਅੱਗੇ ਹੋਰ ਰਸਤੇ ਖੁੱਲ੍ਹੇਗੇ, ਕਿਉਂਕਿ ਆਪਸ਼ਨਸ ਇਹਨਾਂ ਕੋਲ ਬਹੁਤ ਸਾਰੇ ਨੇ। ਹੋਰ ਸਟੱਡੀ ਜਿਹੜੇ ਨਹੀਂ ਕਰਨਾ ਚਾਹੁੰਦੇ ਉਹਨਾਂ ਦੇ ਲਈ ਵੀ ਬਹੁਤ ਆਪਸ਼ਨਸ ਨੇ। ਮੈਮ, ਗੈਪ ਦੀ ਗੱਲ ਕੀਤੀ ਸੀਗੀ ਤੁਸੀਂ, ਗੈਪ ਹਲੇ ਫਿਲਹਾਲ ਕਰੰਟ ਸਿਚੁਏਸ਼ਨ ਦੇ ਹਿਸਾਬ ਨਾਲ ਕਿੰਨਾ ਕੁ ਐਕਸੈਪਟੇਬਲ ਹੈਗਾ ਆ? ਦੇਖੋ, ਗੈਪ ਦੀ ਕੋਈ ਡੈਫੀਨੇਸ਼ਨ ਨਹੀਂ ਹੈ, ਬਟ ਜਿਹੜਾ ਵੀ ਕੈਂਡੀਡੇਟ ਦਾ ਗੈਪ ਆ ਉਹਦੀ ਸਾਨੂੰ ਜਸਟੀਫਿਕੇਸ਼ਨ ਦੇਣੀ ਹੈ ਅੰਬੈਸੀ ਨੂੰ, ਉਹ ਸਟੂਡੈਂਟ ਨੇ ਜ਼ਰੂਰ ਪ੍ਰੋਵਾਈਡ ਕਰਵਾਉਣੀ ਹੈ। ਬਾਕੀ ਗੈਪ ਦੀ ਕੋਈ ਇਦਾਂ ਦੇ ਨਹੀਂ ਹੈ, ਪ੍ਰੋਫਾਈਲ ਟੂ ਪ੍ਰੋਫਾਈਲ ਡਿਪੈਂਡ ਕਰਦਾ ਹੈ। ਇੱਕ ਵਾਰ ਤੁਸੀਂ ਆਪਣਾ ਪ੍ਰੋਫਾਈਲ ਸਾਡੇ ਨਾਲ ਡਿਸਕਸ ਕਰੋ, ਅਸੀਂ ਤੁਹਾਨੂੰ ਦੱਸਾਂਗੇ ਵੀ ਕਿੱਦਾਂ ਇਹਨੂੰ ਅਸੀਂ ਅੰਬੈਸੀ ਦੇ ਅੱਗੇ ਰੱਖਣਾ ਹੈ। ਉਹ ਗਾਈਡੈਂਸ ਸਾਡੇ ਵੱਲੋਂ ਰਹੇਗੀ। ਕੈਨੇਡਾ ਜੇ ਜਿੱਦਾਂ ਜਾਂਦਾ ਕੋਈ ਕੁੜੀ, ਮੈਂ ਕਹਾਂਗੀ ਸਪੈਸ਼ਲੀ ਫੀਮੇਲਸ ਦੇ ਲਈ, ਉਹਨਾਂ ਦੇ ਮਾਪੇ ਬੜੇ ਟੈਨਸ਼ਨ 'ਚ ਰਹਿੰਦੇ ਨੇ ਕਿ ਕੁੜੀ ਨੂੰ ਭੇਜ ਰਹੇ ਹੈਗੇ ਆ, ਉੱਥੇ ਕਿੱਦਾਂ ਰਹੇਗੀ ਕਿੱਦਾਂ ਨਹੀਂ ਰਹੇਗੀ। ਸੋ ਉਸ ਚੀਜ਼ ਨੂੰ ਲੈ ਕੇ ਤੁਸੀਂ ਕੋਈ ਹੈਲਪ ਕਰਦੇ ਹੋ? ਬਿਲਕੁਲ। ਪੋਸਟ ਲੈਂਡਿੰਗ ਸਰਵਿਸਿਜ਼ ਦੇ ਵਿੱਚ ਅਕੋਮੋਡੇਸ਼ਨ, 에ਅਰਪੋਰਟ ਪਿਕਅਪ, ਸਿਮ ਅਰੇਂਜਮੈਂਟ, ਠੀਕ ਹੈ, ਫੂਡ ਅਰੇਂਜਮੈਂਟ, ਇਹ ਸਾਰਾ ਕੁਝ ਸਾਡੇ ਵੱਲੋਂ ਹੁੰਦਾ ਜੇ ਸਟੂਡੈਂਟਸ ਨੇ ਲੈਣਾ ਹੋਵੇ। ਪ੍ਰੀ ਲੈਂਡਿੰਗ ਸਰਵਿਸਿਜ਼ ਤਾਂ ਹੈ ਹੀ ਹੈ, ਪੋਸਟ ਲੈਂਡਿੰਗ ਸਰਵਿਸਿਜ਼ ਵੀ ਆਈ ਅਬਰੋਡ ਦੀਆਂ ਹੈਗੀਆਂ, ਜਿਹੜੀਆਂ ਆਲਮੋਸਟ ਸਟੂਡੈਂਟਸ ਲੈਂਦੇ ਆਏ ਆ ਇੰਨੀ ਦੇਰ ਤੋਂ। ਹੁਣੇ ਸਾਡੇ ਵੀ PPR ਰਿਕੁਐਸਟ ਆਈਆਂ ਹੈਗੀਆਂ, ਪਾਸਪੋਰਟ ਰਿਕੁਐਸਟ। ਹੋਪਫੁਲੀ ਨੈਕਸਟ ਵੀਕ ਤੱਕ ਮੈਂ ਬਹੁਤ ਜਲਦੀ ਤੁਹਾਨੂੰ ਵੀਜ਼ਾਸ ਅਨਾਉਂਸ ਕਰਵਾਵਾਂਗੀ, ਜਿਹੜੇ ਵੀ ਸਾਡੇ ਅਪਕਮਿੰਗ ਸਟੂਡੈਂਟਸ ਹੈ ਜਿਨ੍ਹਾਂ ਦੇ ਵੀਜ਼ਾ ਰਿਕੁਐਸਟ, ਪਾਸਪੋਰਟ ਦੀ ਰਿਕੁਐਸਟ ਆ ਚੁੱਕੀ ਹੈ। ਤਾਂ ਮੈਨੂੰ ਨਹੀਂ ਲੱਗਦਾ ਕਿ ਸਟੂਡੈਂਟਸ ਨੂੰ ਸਿਰਫ ਥੋੜਾ ਜਿਹਾ ਨਾ ਪੇਸ਼ੈਂਸ ਰੱਖ ਕੇ ਅਪਲਾਈ ਕਰਨਾ ਜ਼ਰੂਰੀ ਹੈ। ਜਿਹੜੇ ਸਟੂਡੈਂਟਸ ਇੱਕਦਮ ਤੋਂ ਹੋਸ਼-ਪੋਸ਼ ਕਰ ਦਿੰਦੇ ਆ, ਕਿਤੇ ਨਾ ਕਿਤੇ ਉਹ ਨਾ ਆਪਣਾ ਮਿਸ ਕਰ ਜਾਂਦੇ ਆ ਚਾਂਸ। ਹੁਣ ਜਿੱਦਾਂ ਕਿ ਨਵੰਬਰ ਇਨਟੇਕ ਹੈ,
ਇਸ ਵੇਲੇ ਨਵੰਬਰ ਇਨਟੇਕ ਦੀਆਂ ਸੀਟਸ ਸਾਡੀਆਂ ਆਲਮੋਸਟ ਫੁੱਲ ਹੋ ਚੁੱਕੀਆਂ। ਹੁਣ ਅਸੀਂ ਜੈਨ ਇਨਟੇਕ ਕਰ ਰਹੇ ਹਾਂ। ਹੁਣ ਬੱਚੇ ਦਾ ਰਸ਼ ਬਹੁਤ ਜ਼ਿਆਦਾ ਵਧਿਆ ਹੋਇਆ। ਇੰਡੀਆ ਦੇ ਵਿੱਚ ਸਟੂਡੈਂਟਸ ਪੜ੍ਹਨਾ ਹੀ ਨਹੀਂ ਚਾਹੁੰਦੇ। ਸਟੂਡੈਂਟਸ ਦਾ ਹੈਗਾ ਕਿ ਬਸ ਹੁਣ ਬਾਹਰ ਹੀ ਜਾਣਾ। ਜਿਹੜੇ ਬੱਚੇ ਇੰਨੀ ਦੇਰ ਤੋਂ ਬੈਠੇ ਸੀ, ਹੁਣ ਟਿਕਟਾਂ ਦੇਖੋ 2-2 ਲੱਖ ਤੋਂ ਉੱਪਰ ਲੈ ਕੇ ਜਾ ਰਹੇ ਆ। ਤਾਂ ਕ੍ਰੇਜ਼ ਤਾਂ ਕਿਤੇ ਨਾ ਕਿਤੇ, ਚਾਹੇ ਯੂਕੇ ਹੋ, ਕੈਨੇਡਾ ਹੋਏ, ਸਟੂਡੈਂਟਸ ਦਾ ਵਧਿਆ। ਇਸ ਤੋਂ ਇਲਾਵਾ USA ਦੇ ਸਾਡੇ ਹੁਣੇ 8 ਜਿਹੜੇ ਹੈਗੇ ਆ ਵੀਜ਼ਾਸ ਆਏ ਆ। USA ਦੇ ਵਿੱਚ ਇੰਟਰਵਿਊ ਦੇ ਵਿੱਚ ਕੁਐਸਚਨਿੰਗ ਹੀ ਨਹੀਂ ਹੋ ਰਹੀ ਹੈਗੀ ਹੈ। USA ਦੇ ਵੀਜ਼ਾਸ ਬਹੁਤ ਅੱਛੇ ਮਿਲ ਰਹੇ ਆ, ਵਿਦਆਊਟ ਆਇਲਸ ਵੀ, ਵਿਦ ਆਇਲਸ ਵੀ। ਐਂਡ ਸਟੂਡੈਂਟਸ ਨੂੰ ਮੈਂ ਦੱਸਦਾ, USA ਦੀ ਜਿਹੜੀ ਫੀਸ ਹੈ ਉਹ ਆਫਟਰ ਵੀਜ਼ਾ ਹੈ। ਅੱਛਾ, USA ਦੇ ਵਿੱਚ ਫੀਸ ਬੱਚੇ ਨੇ ਪਹਿਲਾਂ ਨਹੀਂ ਦੇਣੀ, ਉਹ ਬੱਚੇ ਦੀ ਆਫਟਰ ਵੀਜ਼ਾ ਹੈ। ਪਰ USA ਨੂੰ ਲੈ ਕੇ ਥੋੜਾ ਜਿਹਾ ਮਿਥ ਇਹ ਵੀ ਹੈਗਾ ਕਿ ਉੱਥੇ ਇੰਗਲਿਸ਼ ਬਹੁਤ ਜ਼ਿਆਦਾ ਸਟਰੋਂਗ ਚਾਹੀਦੀ ਹੈ। ਐਦਾਂ ਦਾ ਕੁਝ ਨਹੀਂ ਹੈਗਾ USA ਦੇ ਵਿੱਚ। ਸੇਮ ਹੈ ਕੈਨੇਡਾ ਔਰ USA ਤੇ ਤਾਂ ਬਾਰਡਰ ਲੱਗਦੇ ਨੇ, ਠੀਕ ਹੈ ਨਾ। ਬੱਚੇ ਜਿਹੜੇ ਕੈਨੇਡਾ ਜਾਂਦੇ ਆ, USA ਟਰੈਵਲ ਕਰਦੇ ਹੀ ਆ, ਬਾਈ ਰੋਡ ਜਾਂਦੇ ਹੀ ਆ, ਕੰਮ ਵੀ ਕਰਦੇ ਆ। ਤਾਂ ਐਦਾਂ ਤਾਂ ਕੁਝ ਨਹੀਂ ਹੈਗਾ। ਤੁਸੀਂ USA ਦੇਖੋ, ਇੱਕ ਟਾਈਮ ਸੀਗਾ ਕਿ USA ਦੀ ਇੰਟਰਵਿਊ ਬੜੀ ਟਫ ਹੁੰਦੀ ਸੀ। ਇਸ ਟਾਈਮ ਦੇ ਵਿੱਚ ਤਾਂ USA ਬਹੁਤ ਜ਼ਿਆਦਾ ਬਲਕ ਦੇ ਵਿੱਚ ਵੀਜ਼ਾਸ ਦੇ ਰਿਹਾ। ਅੱਛਾ, ਹਾਂਜੀ। ਹੁਣ ਜੇ ਸਟੂਡੈਂਟਸ ਅਪਲਾਈ ਕਰਦੇ ਆ ਤਾਂ ਸਾਡੇ ਕੋਲ ਜਨਵਰੀ ਇਨਟੇਕ USA ਦਾ ਹੈਗਾ, ਤਾਂ ਜਨਵਰੀ ਇਨਟੇਕ ਵਾਸਤੇ ਬੱਚਾ ਅਪਲਾਈ ਕਰ ਸਕਦਾ ਹੈ। ਹੁਣ ਅਪਕਮਿੰਗ ਇਨਟੇਕ ਦੇ ਵਿੱਚ ਕਿੰਨੀਆਂ ਸੀਟਸ ਅਵੇਲੇਬਲ ਹੈ? ਕਿਆ ਸਟੂਡੈਂਟਸ ਨੂੰ ਅਪਲਾਈ ਕਰਨਾ ਚਾਹੀਦਾ ਹੈ? ਬਿਲਕੁਲ, ਸਟੂਡੈਂਟਸ ਨੂੰ USA ਵਾਸਤੇ, ਕੈਨੇਡਾ ਵਾਸਤੇ, UK ਵਾਸਤੇ, ਕੋਈ ਵੀ ਕੰਟਰੀ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ ਤੁਸੀਂ ਅਪਲਾਈ ਕਰ ਸਕਦੇ ਹੋ। ਸਾਡੇ ਕੋਲ ਨਵੰਬਰ ਜਨਵਰੀ ਇਨਟੇਕਸ ਅਵੇਲੇਬਲ ਹੈਗੇ ਆ। ਇਸ ਤੋਂ ਇਲਾਵਾ ਮੈਂ ਸਟੂਡੈਂਟ ਐਪਲੀਕੈਂਟਸ ਜਿਹੜੇ ਕਿ ਪੜ੍ਹਾਈ ਨਹੀਂ ਕਰ ਸਕਦੇ ਜਾਂ ਪੜ੍ਹੇ ਲਿਖੇ ਨਹੀਂ ਹੈ, ਉਹਨਾਂ ਲਈ ਵੀ ਕੈਨੇਡਾ ਦੇ ਵਿੱਚ ਸਾਡੇ ਕੋਲ ਇੱਕ ਪ੍ਰੋਗਰਾਮ ਹੈ ਜਿਹਦੇ ਰਾਹੀਂ ਉਹ ਜਾ ਸਕਦੇ ਆ। ਉਹ ਪ੍ਰੋਗਰਾਮ ਕੀ ਹੈ, ਕਿੱਦਾਂ ਜਾਣਗੇ, ਕਿੱਦਾਂ ਪਹੁੰਚਣਗੇ, ਉਹ ਸਾਰੇ ਸਾਡੀ ਟੀਮ ਇਹਨਾਂ ਨੂੰ ਇਲੈਬੋਰੇਟ ਕਰੇਗੀ। ਕੁਝ ਯੂਨੀਕ ਜਿਹੀ ਚੀਜ਼ਾਂ ਹੈਗੀਆਂ ਜਿਹੜੀਆਂ ਸਾਡੇ ਕੋਲ ਆਈਆਂ ਹੈ, ਸਾਡੇ ਲਾਇਰਸ ਨੇ ਸਾਡੇ ਨਾਲ ਸ਼ੇਅਰ ਕੀਤੀਆਂ। ਇਸ ਟਾਈਮ ਦੇ ਵਿੱਚ ਕੈਨੇਡਾ ਵੀਜ਼ਾਸ ਦੇ ਰਹੀ ਹੈਗੀ ਹੈ, ਉਸ ਕੈਟਾਗਰੀ ਦੇ ਅੰਡਰ ਜ਼ਿਆਦਾ ਵੀਜ਼ਾਸ ਇਸ਼ੂ ਹੋ ਰਹੇ। ਆਈ ਅਬਰੋਡ ਐਜੂਕੇਸ਼ਨ ਦੀ ਟੀਮ ਇੱਕ ਬੱਚੇ ਨਾਲ ਕਿੱਦਾਂ ਡੀਲ ਕਰਦੀ ਹੈ, ਕਿੱਦਾਂ ਉਹਨਾਂ ਨੂੰ ਸਪੋਰਟ ਜਾਂ ਉਹਨਾਂ ਦੇ ਮਾਈਂਡ ਸੈਟ ਕਰਦੀ ਹੈ? ਦੇਖੋ, ਆਈ ਅਬਰੋਡ ਦੀ ਟੀਮ ਹਮੇਸ਼ਾ ਹੀ ਜਿਹੜੀ ਹੈਗੀ ਹੈ ਪ੍ਰੋਫੈਸ਼ਨਲੀ, ਜੇ ਮੈਂ ਗੱਲ ਕਰਾਂ ਤਾਂ ਫਰੋਮ ਡੇ 1 ਤੋਂ ਲੈ ਕੇ ਐਂਡ ਆਫ ਦਾ ਡੇ ਤੱਕ ਸਟੂਡੈਂਟ ਨੂੰ ਹਰ ਚੀਜ਼ ਸਟੈਪ ਬਾਈ ਸਟੈਪ ਦੱਸੀ ਜਾਂਦੀ ਹੈ, ਕਲੀਅਰ ਕੀਤਾ ਜਾਂਦਾ ਹੈ। ਹਰ ਚੀਜ਼ਾਂ ਸਟੂਡੈਂਟਸ ਨਾਲ ਸ਼ੇਅਰ ਕੀਤੀਆਂ ਜਾਂਦੀਆਂ। ਸਟੂਡੈਂਟ ਦੀ SOP ਹੋ ਗਈ, ਫਾਰਮਸ ਦੀ ਇਨਫੋਰਮੇਸ਼ਨ ਹੋ ਗਈ, ਸਟੂਡੈਂਟ ਦਾ CAQ ਜਦੋਂ ਰਿਸੀਵ ਹੁੰਦਾ ਹੈ ਤਾਂ ਸਟੂਡੈਂਟ ਨੂੰ ਦੱਸਿਆ ਜਾਂਦਾ ਹੈ। ਬਾਕੀ ਮੇਰੇ ਕੋਲ ਨੰਬਰ ਆਫ ਕਾਲਜਿਸ ਦੀ ਆਪਸ਼ਨਸ ਹੈਗੇ ਆ। ਇਸ ਕੈਂਸਲੇ ਕਾਲਜ ਦਾ ਸਾਡਾ ਸਕਸੈਸ ਰੇਸ਼ੋ ਬਹੁਤ ਅੱਛਾ ਗਿਆ, 100% ਵੀਜ਼ਾ ਸਕਸੈਸ ਰੇਸ਼ੋ ਆਇਆ ਹੈ। ਮਾਈਲਸਟੋਨ ਦਾ ਵੀਜ਼ਾਸ ਬਹੁਤ ਅੱਛੇ ਆਏ ਸਾਡੇ ਕੋਲ, ਠੀਕ ਹੈ। ਤੇ ਜਿਹੜੇ ਵੀ ਸਟੂਡੈਂਟਸ ਜਿਨ੍ਹਾਂ ਦਾ ਬੈਂਡ ਸਕੋਰ ਘੱਟ ਹੈ, ਜਿਹੜੇ ਫੈਡਰਲ ਵਾਲੀ ਸਾਈਡ ਐਲੀਜੀਬਲ ਨਹੀਂ ਹੁੰਦੇ ਗਵਰਨਮੈਂਟ ਕਾਲਜ ਦੇ ਵਿੱਚ, ਉਹ ਕਿਊਬਿਕ ਮੌਂਟਰੀਅਲ ਦੇ ਵਿੱਚ ਅਪਲਾਈ ਕਰ ਸਕਦੇ ਆ। ਅੱਜ ਵੀ ਮੇਰੇ ਕੋਲ ਕੋਈ ਮਿਲੇ ਸੀਗੇ, ਉਹਨਾਂ ਦਾ ਕੁਐਸਚਨ ਸੀਗਾ ਕਿ ਸਟੂਡੈਂਟ ਕਹਿੰਦਾ ਮੈਂ ਫੈਡਰਲ ਦੇ ਵਿੱਚ ਹੀ ਜਾਣਾ, ਚਾਹੇ ਮੇਰਾ ਬੈਂਡ ਸਕੋਰ ਘੱਟ ਹੈ। ਮੈਂ ਹੁਣ ਉਹਨਾਂ ਨੂੰ ਇਹ ਗੱਲ ਕਹੀ ਕਿ ਬੱਚੇ ਨੇ ਰਿਫਿਊਜ਼ ਹੋ ਕੇ ਵੀ ਤਾਂ ਵਾਪਸ ਕਿਊਬਿਕ ਵੱਲ ਰਸਤੇ ਦੀ ਆਣਾ। ਬੱਚੇ ਨੇ ਇੱਕ ਵਾਰ ਰਿਫਿਊਜ਼ ਹੋ ਗਿਆ ਉਹ ਫੈਡਰਲ ਤੋਂ, ਉਹਨੇ ਫੇਰ ਵੀ ਤਾਂ ਅਪਲਾਈ ਦੁਬਾਰਾ ਕਿਊਬਿਕ ਮੌਂਟਰੀਅਲ 'ਚ ਹੀ ਕਰਨਾ। ਹੁਣ ਰਿਫਿਊਜ਼ ਹੋਣ ਤੋਂ ਬਾਅਦ ਉਹਦਾ ਸਕਸੈਸ ਰੇਸ਼ੋ ਘਟ ਗਿਆ ਨਾ, ਉਹਦੀ ਸਕਸੈਸ ਰੇਸ਼ੋ ਜਿਹੜੀ ਹੈਗੀ ਆ ਆਲਮੋਸਟ ਹਾਫ ਰਹਿ ਗਈ। ਹੁਣ ਜੇ ਇਹ ਬੱਚਾ ਬਿਨਾਂ ਰਿਫਿਊਜ਼ਲ ਤੋਂ ਸਾਡੇ ਕੋਲ ਆਇਆ ਹੁੰਦਾ ਤਾਂ ਕਿਊਬਿਕ ਮੌਂਟਰੀਅਲ ਦੇ ਵਿੱਚ ਉਹਨੇ ਵੀਜ਼ਾ ਲੈ ਲੈਣਾ ਸੀ, ਕਿਉਂਕਿ ਇੱਥੇ ਕੁਝ ਏਦਾਂ ਦੇ ਟੈਕਨੀਕਲ ਪ੍ਰੋਗਰਾਮਸ ਹੈ ਜਿਨ੍ਹਾਂ ਦੇ ਵਿੱਚ ਫਾਈਲਿੰਗ ਇੰਨੀ ਜ਼ਿਆਦਾ ਨਹੀਂ ਲੱਗਦੀ। ਹੁਣ ਇੱਕ ਕੋਰਸ ਹੈ ਜਿਹਦੇ ਵਿੱਚ 150 ਫਾਈਲਾਂ ਲੱਗੀਆਂ, ਉਹਦੇ ਵਿੱਚ ਵੀ ਸੀਟਾਂ 25 ਨੇ, ਤਾਂ ਬੱਚੇ 150 ਨੂੰ ਥੋੜਾ ਵੀਜ਼ਾ ਮਿਲ ਜਾਏਗਾ। ਐਬਸੋਲੂਟਲੀ। ਸਪਾਊਸ ਦੀ ਕੁਆਲੀਫਿਕੇਸ਼ਨ ਮੈਟਰ ਕਰਦੀ ਹੈ? ਦੇਖੋ, ਸਪਾਊਸ ਦੀ ਕੁਆਲੀਫਿਕੇਸ਼ਨ UK ਵਾਸਤੇ ਤਾਂ ਮੈਟਰ ਨਹੀਂ ਕਰਦੀ, ਠੀਕ ਹੈ। ਕੈਨੇਡਾ ਦੇ ਵਿੱਚ ਸਪਾਊਸ ਪਹਿਲੇ ਦਿਨ ਤੋਂ ਨਾਲ ਹੀ ਨਹੀਂ ਜਾਂਦਾ, ਠੀਕ ਹੈ। ਉਹਦੇ ਵਿੱਚ ਤਾਂ ਸਪਾਊਸ ਹਮੇਸ਼ਾ ਬਾਅਦ ਚੋਂ ਜਾਂਦਾ ਹੈ। ਜੇ ਤੁਸੀਂ ਗੱਲ ਕਰੋ USA ਦੀ, ਤਾਂ USA ਦੇ ਵਿੱਚ ਵੀ ਸਪਾਊਸ ਦੀ ਸਾਨੂੰ ਕੁਆਲੀਫਿਕੇਸ਼ਨ ਦੀ ਕੋਈ ਉਹ ਨਹੀਂ ਹੈ ਪ੍ਰੋਬਲਮ। USA ਦੇ ਵਿੱਚ ਵੀ ਪਹਿਲੇ ਦਿਨ ਤੋਂ ਜਿਹੜਾ ਹੈਗਾ ਸਪਾਊਸ ਨਾਲ ਜਾਏਗਾ। ਰਾਈਟ। ਆਈ ਹੋਪ ਕਿ ਤੁਸੀਂ ਇਹਨਾਂ ਦੇ ਨੰਬਰ ਨੋਟ ਕਰ ਲਿੱਤੇ ਹੋਣ। ਹੋਰ ਸਾਡੀ ਕੋਸ਼ਿਸ਼ ਇਹੀ ਰਹੀ ਹੈ ਕਿ ਤੁਹਾਨੂੰ ਹਰ ਤਰੀਕੇ ਦੀ ਕਲੈਰਿਟੀ ਆਪਾਂ ਦੇ ਸਕੀਏ, ਚਾਹੇ ਕੈਨੇਡਾ ਹੋਵੇ, ਚਾਹੇ US ਹੋਵੇ, ਚਾਹੇ UK ਹੋਵੇ। ਹੋਰ ਇਹਨਾਂ ਤੱਕ ਪਹੁੰਚਣ ਦੇ ਲਈ ਇਹਨਾਂ ਦੇ ਨੰਬਰ ਤੁਹਾਡੀ ਬਹੁਤ ਹੈਲਪ ਕਰਨਗੇ। ਇਸ ਦੇ ਨਾਲ ਹੀ ਬਹੁਤ ਬਹੁਤ ਸ਼ੁਕਰੀਆ ਮੈਮ, ਤੁਸੀਂ ਸਾਡੇ ਨਾਲ ਜੁੜੇ, ਅੱਜ ਆਪਣਾ ਕੀਮਤੀ ਟਾਈਮ ਕੱਢ ਕੇ ਸਾਡੇ ਸਟੂਡੈਂਟਸ ਨੂੰ ਕਾਫੀ ਕਲੈਰਿਟੀ ਦਿੱਤੀ ਹੈਗੀ ਹੈ। ਜਾਣ ਤੋਂ ਪਹਿਲੇ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ? ਦੇਖੋ, ਮੈਂ ਕੋਈ ਵੀ ਸਟੂਡੈਂਟ ਹੈ, ਕੋਈ ਵੀ ਕੈਂਡੀਡੇਟ ਹੈ ਜਿਹੜਾ ਕੈਨੇਡਾ ਜਾਂ UK ਜਾ ਕੇ ਸੈਟਲ ਹੋਣਾ ਚਾਹੁੰਦਾ ਹੈ, ਇੱਕ ਵਾਰ ਆਈ ਅਬਰੋਡ ਨੂੰ ਜ਼ਰੂਰ ਅਪਰੋਚ ਕਰੋ। ਕਾਉਂਸਲਿੰਗ ਲੈਣ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈਗੀ ਹੈ। ਸਾਡੇ ਕੰਸਲਟੇਸ਼ਨ ਚਾਰजेस ਬਿਲਕੁਲ ਵੀ ਜ਼ੀਰੋ ਹੈਗੇ ਹੈ। ਤੁਸੀਂ ਇੱਕ ਵਾਰ ਕਾਉਂਸਲਿੰਗ ਲਓ, ਇੱਕ ਵਾਰ ਕੰਸਲਟੇਸ਼ਨ ਕਰੋ, ਤੁਹਾਨੂੰ ਅੱਛਾ ਲੱਗੇ ਤਾਂ ਅਪਲਾਈ ਕਰੋ, ਨਹੀਂ ਅੱਛਾ ਲੱਗੇ ਤਾਂ ਤੁਸੀਂ ਕਿਸੇ ਹੋਰ ਏਜੰਟ ਕੋਲ ਅਪਲਾਈ ਕਰੋ, ਬਟ ਰਿਸਰਚ ਵਰਕ ਆਪਣੇ ਲਈ ਪ੍ਰੋਪਰ ਕਰੋ। ਜੀ,
ਥੈਂਕ ਯੂ ਸੋ ਵੈਰੀ ਮਚ ਮੈਮ। ਇਸ ਦੇ ਨਾਲ ਹੀ ਜੀ ਵੇਲਾ ਹੈ ਤੁਹਾਨੂੰ ਛੱਡ ਕੇ ਜਾਣ ਦਾ, ਦਿਓ ਇਜਾਜ਼ਤ, ਫਿਰ ਹਾਜ਼ਰ ਹੋਵਾਂਗੇ। ਸਤਿ ਸ਼੍ਰੀ ਅਕਾਲ ਜੀ।